ਉਠਾ ਲਿਆ ਤੇ ਫਿਰ ਉਹ ਮਤਲਬ ਸਾਰੀਆਂ ਬਰਾਡਾਂ ਤੇ ਨਾ ਮੇਰੇ ਇੱਕ ਨਾਲ हाँ जी मुफ्ती साहब अस्सलाम वालेकुम। ਗੱਲ ਨਹੀਂ ਹੋਣੀ ਚਾਹੀਦੀ जी अस्सलाम वालेकुम जी। वालेकुम सलाम। की हाल है मुफ्ती साहब? ਮੁਫਤੀ ਸਾਹਿਬ ਮੇਰੇ नहीं जी अल्हम्दुलिल्लाह। ठीक है जी जी गुरु भट्ट साहब फरमाओ तुसी की कहंदे हो? ਜੀ ਸੈਣੀ ਸਾਹਿਬ ਮੈਂ ਆਪਣਾ ਦੱਸ ਰਿਹਾ ਮੁਫਤੀ ਸਾਹਿਬ ਇਜਾਜ਼ਤ ਨੇ ਪਲੀਜ਼ ਮੈਨੂੰ ਨਾ ਥੋੜਾ ਜਿਹਾ ਅਗਰ ਮੈਂ ਗਲਤ ਹੈ ਤੇ ਮੈਨੂੰ ਇਹ ਵੀ ਦੱਸਣਾ ਪਲੀਜ਼ ਕਿਉਂਕਿ ਮੈਂ ਤੇ ਸਿੱਖਣਾ ਪਿਆ नहीं कोई मसला ही दूसरा- नहीं। ए मुफ्ती साहब जी। तशरीफ लाए ने ते तुसां जेहड़ी गल पुछनी है इन्हां नूं पुछ लो ते ये तुहानूं पूरी तरह रहनुमाई फरमा देणगे। ठीक है ਜੀ ਮੈਂ ਇਹਨਾਂ ਦਾ ਬਹੁਤ ਵੱਡਾ ਫੈਨ ਹਾਂ ਮੈਂ ਸੁਣਦਾ ਰਹਿਣਾ ਆਪਣੇ ਹਾਂ। ਭਰਾ ਦੇ ਮਾਸ਼ਾਅੱਲਾ ਜੀ जी। ਤੇ ਮੇਰਾ ਇਹ ਸੀ ਜਦ ਮੁਫਤੀ ਸਾਹਿਬ ਤੁਸੀਂ ਸੁਣ ਲਿਆ ਹੋਣਾ ਮੇਰਾ ਕੀ ਮਤਲਬ ਕਿਹੜੀ ਮੌਜੂਦ ਤੇ ਸਾਡੀ ਗੱਲ ਹੋ ਰਹੀ ਹੈ ਇਹਨੇ ਜੀ ਰਿਪੀਟ ਕਰ ਦਿਓ। हाँ, ਜੀ ਮੈਂ ਹੁਸੈਨੀ ਸਾਹਿਬ ਤੁਸੀਂ ਸਮਝਾਓ ਮੇਰੇ ਖਿਆਲ ਨਾਲ ਤੁਸੀਂ ਬਿਹਤਰ ਸਮਝਾ ਲਓ ਤੇ ਮੈਂ नहीं ਤੁਹਾਡਾ ਜਿਹੜਾ ਸਵਾਲ ਹੈ ਤੁਹਾਡੀ ਜਿਹੜੀ ਉਲਝਣ ਹੈ ਜਾਂ ਤੁਹਾਡੀ ਜਿਹੜੀ ਸਮਝ ਆਈ ਹੈ ਉਹ ਸਾਰੀ ਗੱਲ ਮੁਫਤੀ ਸਾਹਿਬ ਦੇ ਸਾਹਮਣੇ ਰੱਖੋ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਤੇ ਜਿੱਥੇ ਜਿੱਥੇ ਜੀ, ਠੀਕ ਮੁਨਾਸਬ ਹੈ। ਹੋਵੇ ਉਹ ਰਹਿਨਮਾਈ ਫਰਮਾਣਗੇ। ਮੈਂ ਹੁਸੈਨੀ ਸਾਹਿਬ ਦੇ ਨਾਲ ਇਹ ਲੱਗਿਆ ਸੀ ਉਹ ਕੁਰਾਨ ਪਾਕ ਵਿੱਚ ਲਿਆਂਦਾ ਵਾ ਮਾਂ ਕਾਤਲ ਹੋ ਮਾਂ ਸਾਲਬ ਹੋ ਤੇ ਮਤਲਬ ਨਾ ਉਹਨਾਂ ਨੂੰ ਕਤਲ ਕੀਤਾ ਨਾ ਉਹਨਾਂ ਨੂੰ ਸੂਲੀ ਨਾ ਉਹਨਾਂ ਨੂੰ ਮਤਲਬ ਉਹ ਸ਼ੁਭੇ ਵਿੱਚ ਮਿਸਾਲ ਤੌਰ ਤੇ ਉਹ ਰੱਬ ਨੂੰ ਹੀ ਪਤਾ ਹੈ ਨਾ ਮਤਲਬ ਕੀ ਹੋਇਆ ਠੀਕ ਹੈ ਨਾ ਤੇ ਮੈਂ ਮੇਰੇ ਕਹਿਣ ਦਾ ਮਕਸਦ ਇਹ ਜਦ ਰੱਬ ਪਾਕ ਫਰਮਾ ਛੜਿਆ ਵਾ ਕਿਸੇ ਨੂੰ ਨਹੀਂ ਪਤਾ ਠੀਕ ਮੇਰੇ ਖਿਆਲ ਨਾਲ ਬਾਡਾ ਤੇ ਜਿਲੇ ਮੈਂ ਅਕਸਰ ਜਾਣਾ ਇਹ ਗੱਲ ਵੀ ਹੁੰਦੀ ਏ ਦੂਸਰੇ ਭਾਈਆਂ ਦੀ ਤਰਫੋਂ ਮੈਂ ਨਹੀਂ ਉਹਨਾਂ ਨੂੰ ਕੋਈ ਟਾਰਗੇਟ ਕਰ ਰਿਹਾ ਕਿਉਂਕਿ ਹੁਸੈਨੀ ਸਾਹਿਬ ਦੀ ਬਰਾੜ ਦਾ ਇੱਕ ਮੈਨੂੰ ਬੜਾ ਸੋਹਣਾ ਅਸੂਲ ਪਸੰਦ ਹੈ ਮੈਂ ਇਸ ਵਾਸਤੇ ਇੱਥੇ ਬਿਲਕੁਲ ਨਰਮ ਲਹਿਜੇ ਪਿਆਰ ਨਾਲ ਕਿਸੇ ਬੰਦੇ ਨੂੰ ਕਿਸੇ ਭਰਾ ਨੂੰ ਕੋਈ ਦੁੱਖ ਨਾ ਲੱਗੇ ਤੇ ਨਾ ਉਹਨੂੰ ਬੁਰੀ ਗੱਲ ਲੱਗੇ ਮੈਂ ਇਸ ਵਾਸਤੇ ਨਾ ਤੇ ਅਗਰ ਕੋਈ ਗੱਲ ਮੇਰੀ ਅੱਗੇ ਪਿੱਛੇ ਸਕਦਾ ਮੇਰਾ ਕਹਿਣ ਦਾ ਮਕਸਦ ਇਹ ਸੀ ਵਾਜਿਲੇ ਖੁਦਾ ਪਾਕ ਕਹਿ ਰਿਹਾ ਮਿਸਾਲ ਤੋਂ ਕਿਸੇ ਨੂੰ ਨਹੀਂ ਪਤਾ ਤੇ ਫਿਰ ਮੇਰੇ ਖਿਆਲ ਗੱਲ ਕਰਨਾ ਨਹੀਂ ਬਣਦੀ ਤੁਹਾਡਾ ਕੀ ਖਿਆਲ ਹੈ ਕਿ ਕਰਨੀ ਚਾਹੀਦੀ ਫਿਰ ਵੀ ਗੱਲ ਹੈ ਕਿ ਗੁੱਲੂ ਭੱਟ ਸਾਹਿਬ ਉਹ ਜਿਹੜਾ ਸ਼ੁਬੇ ਚ ਪਾਇਆ ਅੱਲਾ ਨੇ ਉਹ ਯਹੂਦੀਆਂ ਨੂੰ ਪਾਇਆ ਸੀ। ਹਾਂਜੀ ਉਹ ਅਸੀਂ ਤੇ ਕੋਈ ਸ਼ੁਬੇ ਚ ਨਹੀਂ ਨਾ ਹੀ ਅੱਲਾ ਨੇ ਸਾਨੂੰ ਸ਼ੁਬੇ ਚ ਪਾਇਆ ਹੈ ਤੇ ਨਾ ਹੀ ਅੱਜ ਤੱਕ ਕਿਸੇ ਮੁਫੱਸਿਰ ਨੇ ਇਹ ਤਫਸੀਰ ਕੀਤੀ ਹੈ ਕਿ ਸ਼ੁਬੇ ਚ ਅਸੀਂ ਪਏ ਹਾਂ। ਅਸੀਂ ਸ਼ੁਬੇ ਚ ਨਹੀਂ ਪਏ। ਉਹ ਜਦੋਂ ਫਾਂਸੀ ਦੀ ਉਹ ਜਿਹੜੀ ਸਲੀਬ ਹੁੰਦੀ ਸੀ ਉਹਦੇ ਵਿੱਚ ਉਹ ਜਿਹੜਾ ਬੰਦਾ ਸੀ ਨਾ ਜਿਹਨੂੰ ਉਹਨਾਂ ਨੇ ਸੂਲੀ ਤੇ ਚਾੜਿਆ ਸੀ ਤੇ ਉਹ ਅੱਲਾਹ ਪਾਕ ਨੇ ਆਪਣੀ ਕੁਦਰਤ ਕਾਮਿਲਾ ਦੇ ਤਹਿਤ ਹਜ਼ਰਤ ਈਸਾ ਅਲੈਹਿ ਸਲਾਮ ਦੀ ਸ਼ਕਲ ਦਾ ਉਹਨਾਂ ਨੂੰ ਬਣਾ ਦਿੱਤਾ ਉਸ ਬੰਦੇ ਨੂੰ ਤੇ ਹਜ਼ਰਤ ਈਸਾ ਦਾ ਰਫਾ ਹੋ ਗਿਆ ਤੇ ਉਹ ਬੰਦੇ ਨੂੰ ਇਹਨਾਂ ਨੇ ਸਲੀਬ ਤੇ ਚੜਾ ਦਿੱਤਾ। ਉਹ ਹੈ ਬੇਸ਼ੁਬਾ ਮੁਫਤੀ ਮੈਨੂੰ ਮੇਰਾ ਬੇਸ਼ੱਕ ਮੇਰਾ ਯਕੀਨ ਹੈ इंशाअल्लाह जैसे कुरान पाक ਵਿੱਚ ਲਿਖਿਆ ਹੈ ਕਿ ਰੱਬ ਨੇ ਉਹਨਾਂ ਨੂੰ ਆਪਣੀ ਤਰਫ ਉਠਾ ਲਿਆ ਮੇਰਾ ਬਿਲਕੁਲ ਉਹ ਯਕੀਨ ਹੈ। ਮੇਰਾ ਸਵਾਲ ਮੈਨੂੰ ਸ਼ੱਕ ਕਿ ਮੈਂ ਸਮਝਾ ਨਹੀਂ ਪਾਇਆ ਥੋੜਾ ਨਾ ਮੇਰਾ ਉਹਨਾਂ ਨੇ ਸਵਾਲ ਸੀ ਜਿਹੜੇ ਸ਼ੁਬੇ ਵਿੱਚ ਪਏ ਨੇ ਠੀਕ ਹੈ ਕਿ ਨਹੀਂ ਗੱਲ ਕਰਨੀ ਚਾਹੀਦੀ ਜਿਹੜਾ ਜਿਹਨੂੰ ਹੁਣ ਉਹ ਇੱਕ ਬੰਦੇ ਨੂੰ ਨਹੀਂ ਪਤਾ ਠੀਕ ਹੈ ਉਹ ਮੇਰੇ ਖਿਆਲ ਨਾਲ ਉਹਨੂੰ ਮੈਂ ਹੋਵਾਂ ਜਾਂ ਕੋਈ ਵੀ ਹੋਵੇ ਮੈਂ ਇਸ ਵਾਸਤੇ ਬਾਰ-ਬਾਰ ਆਪਣਾ ਵੀ ਸਾਥ ਕਹਿ ਰਿਹਾ ਸੀ ਕਿਸੇ ਭਾਈ ਨੂੰ ਬੁਰਾ ਨਾ ਲੱਗ ਜੇ ਠੀਕ ਹੈ ਤੇ ਉਹ ਨਹੀਂ ਗੱਲ ਕਰਨੀ ਚਾਹੀਦੀ ਵਾ ਜਦ ਉਹ ਬਾਰ-ਬਾਰ ਫਿਰ ਉਹ ਦਲੀਲਾਂ ਮੰਗਦੇ ਨੇ ਨਾ। ਹਰ ਆਦਮੀ ਦਾ ਆਪਣਾ ਖਿਆਲ ਹੈ ਜਿਹੜਾ ਵੀ ਉਹ ਆਪਣੇ ਦਿਲ ਦਿਮਾਗ ਵਿੱਚ ਰੱਖਣਾ ਚਾਹਵੇ ਰੱਖ ਲਵੇ ਤੇ ਕਿਸੇ ਨੂੰ ਕਾਹਨੂੰ ਬੁਰਾ ਲੱਗਣਾ ਹੈ ਤੇ ਜਿਸ ਤਰ੍ਹਾਂ ਕੋ ਮੰਨਣਾ ਚਾਹੁੰਦਾ ਮੰਨਦਾ ਰਵੇ। ਕਿਸੇ ਦੇ ਦਿਲ ਦਿਮਾਗ ਵਿੱਚ ਤੇ ਅਸੀਂ ਨਹੀਂ ਨਾ ਵੜ ਸਕਦੇ ਜੀ ਬੇਸ਼ੱਕ ਤੇ ਲੇਕਿਨ ਨਾ ਕੋਈ ਸਾਡੇ ਦਿਲ ਦਿਮਾਗ ਵਿੱਚ ਵੜ ਸਕਦਾ ਤੇ ਹਰ ਆਦਮੀ ਦੇ ਦਿਲ ਦਿਮਾਗ ਨੂੰ ਅੱਲਾਹ ਤਾਲਾ ਨੇ ਉਹਦੇ ਆਪਣੇ ਕਬਜ਼ੇ 'ਚ ਦਿੱਤੇ ਹੈ ਤੇ ਉਹ ਬੰਦਾ ਜਿਸ ਤਰ੍ਹਾਂ ਉਹਨੂੰ ਸਮਝ ਆਉਂਦੀ ਹੈ ਸਰਾਊਂਡਿੰਗ ਤੋਂ ਗੱਲਾਂ ਸੁਣ ਕੇ ਪੜ੍ਹ ਕੇ ਸਮਝ ਕੇ ਤੇ ਉਹ ਮੌਕਫ ਰੱਖ ਲੈਂਦਾ ਆਪਣਾ। ਯਹੂਦੀਆਂ ਦਾ ਆਪਣਾ ਮੌਕਫ ਹੈ, ਈਸਾਈਆਂ ਦਾ ਆਪਣਾ ਮੌਕਫ ਹੈ, ਮੁਸਲਮਾਨਾਂ ਦਾ ਆਪਣਾ ਮੌਕਫ ਹੈ। ਇਸ ਤਰ੍ਹਾਂ ਅਫਰਾਦ ਦਾ ਵੀ ਹਰ ਫਰਦ ਦੀ ਆਪਣੀ ਇੱਕ ਸੋਚ ਹੈ
ਤੇ ਸਾਰਿਆਂ ਨੂੰ ਹੀ ਅੱਲਾਹ ਤਾਲਾ ਨੇ ਆਜ਼ਾਦੀ ਬਖਸ਼ੀ ਹੈ ਕਿ ਤੁਸੀਂ ਜੋ ਤੁਹਾਡੇ ਦਿਲ ਦਿਮਾਗ 'ਚ ਆਉਂਦਾ ਬੇਸ਼ੱਕ ਰੱਖੀ ਰੱਖੋ ਜੀ। ਅੱਛਾ ਹੁਸੈਨੀ ਸਾਹਿਬ, ਇੱਕ ਗੱਲ ਮੇਰੇ ਇੱਕ ਅਰਸੇ ਦੀ ਮੇਰੇ ਜ਼ਿਹਨ ਦੇ ਵਿੱਚ ਏ, ਜੀ ਜੀ ਤੇ ਤੁਸੀਂ ਆਪਣੇ ਐਕਸਪੀਰੀਅੰਸ ਤੁਹਾਡਾ ਕੀ ਕਹਿੰਦਾ ਵੇ ਜੀ ਕਿ ਅਹਿਮਦੀ ਹਜ਼ਰਾਤ ਜਿਹੜੇ ਨੇ, ਜਿਨ੍ਹਾਂ ਨੂੰ ਅਸੀਂ ਕਾਦੀਆਨੀ ਤੇ ਮਰਜ਼ਈ ਕਹਿੰਦੇ ਆ, ਯਾ ਤੇ ਉਹ ਇਹ ਮੌਜੂ ਜਿਹੜਾ ਛੇੜਦੇ ਨੇ, ਭਾਈ ਯਾਰੀ ਨੇ ਮਾਈਕ ਅਗਰ ਇਹ ਇਧਰ ਕੋਈ ਟ੍ਰੈਫਿਕ ਵਿੱਚੋਂ ਗੁਜ਼ਰ ਰਹੇ ਨੇ ਜਾਂ ਕੀ ਮਸਲਾ ਹੈ? ਕੋਈ ਥੋੜਾ ਜਿਹਾ बाजवा साहब प्लीज अपना माइक म्यूट अच्छा। कर लो प्लीज। सर बाजवा साहब मेरी तरफ से शोर नहीं है अच्छा जी। ਅੱਛਾ, ਗੁਜ਼ਾਰਿਸ਼ ਹੈ ਵੇ ਜੀ, ਕਿ ਜੀ। ਐਕਸਪੀਰੀਅੰਸ ਮੈਂ ਤੁਹਾਡਾ ਪੁੱਛਣਾ ਚਾਹ ਰਿਹਾ ਵਾਂ, ਜਾਂ ਹੋਰ ਕਿਸੇ ਦੋਸਤ ਨੂੰ ਪਤਾ ਹੈ ਯਾ ਤੇ ਉਹ ਮੈਨੂੰ ਦੱਸੇ। ਮੇਰੀ ਉਲਝਣ ਇੱਕ ਅਰਸੇ ਦੀ ਬਣੀ ਹੈ। ਇਹ ਜਿਹੜਾ ਰਫਾ ਹਯਾਤੋ ਵਫਾਤੇ ਮਸੀਹ ਦੀ ਗੁਫ਼ਤਗੂ ਛੇੜਦੇ ਨੇ ਯਾ ਕਾਦੀਆਨੀ ਹਜ਼ਰਾਤ, ਤੇ ਇਹਦਾ ਤਾਲੁਕ ਮਿਰਜ਼ਾ ਗੁਲਾਮ ਕਾਦੀਆਨੀ ਸਾਹਿਬ ਦੀ ਸ਼ਖਸੀਅਤ ਨਾਲ ਕੀ ਹੈ? मतलब है वे कि बिल फर्ज वफाते मसीह साबित हो जाए, जैसे कि परवेजी हजरात ने वो वफाते मसीह के कायल ने, या मतलब गामदी साहब ने, या दीगर और कई अफराद ने, लेकिन बिल्कुल लेकिन वो अगर वफाते मसीह के कायल ने तो नाल मिर्जा कादियानी नूं भी वो कहंदे ने कि कज़्ज़ाब है, ते मिर्जा कादियानी वो सच्चा किंज हो जाएगा? बई जे ते मसले दा हल ए वे कि वफाते मसीह दे गल करो साडे नाल, और बिल फर्ज अगर मन लेने थोड़ी देर वास्ते कि जिवें परवेदियां दा एक अकीदा है या गामदियां दा अकीदा है कि भाई हजरत ईसा अलैहिस्सलाम फोत हो गए ने, ते उन्हां नूं ही जाके मिर्जा कादियानी नूं सच्चा साबित क्यों नहीं करदे? बिल्कुल मैं एक मेरी शायद उलझन तुसी समझे हो या नहीं, ते सही ਤੁਸੀਂ ਫਰਮਾ ਰਹੇ ਹੋ। ਇਹ ਹੁਣ ਕਿਧਰੇ ਉਹਨਾਂ ਨੂੰ ਪੁੱਛਣਾ ਪਏਗਾ ਨਾ ਕਿ ਉਹ ਕਿਸ ਤਰ੍ਹਾਂ ਉਹ ਸਮਝਦੇ ਨੇ। ਉਹਨਾਂ ਦਾ ਬੰਦਾ ਕੋਈ ਆਇਆ ਤੇ ਕੋਈ ਨਹੀਂ, ਮੇਰਾ ਖਿਆਲ ਹੈ। ਮੈਂ ਦੇਖਣਾ ਤੇ ਤੁਸੀਂ ਉਹਨਾਂ ਨੂੰ ਜ਼ਰੂਰ ਪੁੱਛੋਏਗਾ। मुफ्ती साहब सलाम अलैकुम। वालेकुम सलाम। मुफ्ती साहब मैनू ਇਹ ਦੱਸੋ ਕਿ ਜਦੋਂ ईसा अलैहिस्सलाम ते मुसीबत पई है ते रब ने उन्हां नूं आसमान ते चक लिया है, यानी कि वो इतने प्यारे नबी सन, ते साडे नबी ते जदों मुसीबत पई ते उन्हां नूं वार ते सलाह क्यों लैनी पई है? उन्हां नूं क्यों नहीं चक्या अल्लाह ने? हाँ, ਇਹ ਮਸਲਾ ਜਿਹੜਾ ਪੁੱਛਿਆ ਨਾ, ਪਹਿਲੇ ਇਹਦਾ ਜਵਾਬ ਅਗਰ ਦੇ ਦਿਓਗੇ ਤੇ ਫਿਰ ਤੁਹਾਨੂੰ ਮੈਂ ਇਹਦਾ ਜਵਾਬ ਦੇਵਾਂਗਾ। ਜੇ ਹੁਣ ਜਿਹੜਾ ਪੁੱਛਿਆ ਨਾ ਜੀ, ਤੇ ਇਹ ਮੇਰੀ ਉਲਝਣ ਹੱਲ ਕਰ ਦਿਓ ਮਿਹਰਬਾਨੀ, ਤੇ ਤੁਹਾਡਾ ਇੰਤਜ਼ਾਰ ਕਰ ਰਹੇ ਸਾਂ, ਤੇ ਤੁਸੀਂ ਆ ਗਏ ਹੋ, ਹੁਣ ਤੁਸੀਂ ਜਵਾਬ ਦਿਓਗੇ ਤੇ ਅਸੀਂ ਸੁਣਨੇ ਆ ਬਹਿ ਕੇ। नहीं यार तुसी मान सकते हो कि अज अल्लाह ने जड़ा ईसा अलैहिस्सलाम दी शक्ल जड़ी एक चोर दे उत्ते ला देती है, इतना प्यारा नबी एक चोर दी शक्ल, ओदे अल्लाह ताला ने इतने प्यारे नबी दी शक्ल एक चोर दी शक्ल ते तब्दील कर देती है, ते उन्हां नूं तुसी मान सकते हो? चलो ਬਾਅਦ ਚੋਂ ਦੱਸਣੇ ਆ ਕਸ਼ਮੀਰੀ ਸਾਹਿਬ ਤੁਹਾਨੂੰ, ਤੇ ਪਹਿਲੇ ਤੇ ਇਹ ਉਲਝਣ ਸਾਡੀ ਹੱਲ ਕਰੋ ਨਾ ਕਿ ਵਫਾਤੇ ਮਸੀਹ ਜਾਂ ਹਯਾਤੇ ਮਸੀਹ ਦਾ ਤਾਲੁਕ ਮਿਰਜ਼ਾ ਕਾਦੀਆਨੀ ਸਾਹਿਬ ਦੇ ਨਾਲ ਕੀ ਹੈ? ਇਹ ਤੇ ਕੋਈ ਅਹਿਮਦੀ ਦੱਸੇਗਾ, ਮੈਂ ਅਹਿਮਦੀ ਤੇ ਨਹੀਂ ਸਰ। ਠੀਕ ਹੈ, ਫਿਰ ਤੁਸੀਂ ਫਿਰ ਥੋੜਾ ਜਿਹਾ ਖਾਮੋਸ਼ ਰਹੋ ਤੇ ਕਿਸੇ ਕਾਦੀਆਨੀ ਨੂੰ ਆਣ ਦਿਓ ਤੇ ਉਹਦੇ ਕੋਲ ਫਿਰ ਪੁੱਛਣੇ ਆ। ਹਾਂਜੀ ਮੇਰਾ ਵੀ ਜਵਾਬ ਦੇ ਦਿਓ ਨਾ ਸਰ। ਹਾਂਜੀ, ਨਹੀਂ ਜੀ ਮੈਂ ਤੁਹਾਡਾ ਪਾਬੰਦ ਨਹੀਂ ਕੋਈ, ਤੁਹਾਡੇ ਸਵਾਲ ਦਾ ਜਵਾਬ ਦਿਆਂ ਜੀ। ਹਾਂਜੀ ਕੀ ਖਿਆਲ ਹੈ? ਤੁਸੀਂ ਮੇਰੇ ਤੇ ਕਿਉਂ ਸਵਾਲ ਕਰ ਰਹੇ ਹੋ ਸਰ? ਜੀ ਤੁਸੀਂ ਕੀਤਾ ਨਾ ਜੀ, ਮੈਂ ਤਾਂ ਉਲਟਾ ਤੁਹਾਨੂੰ ਕੀਤਾ। बिल्कुल जिंदा साबित ही कोई नहीं कि जिंदा अल्लाह ने चक लिया है, बस ਐਵੇਂ ਇੱਕ ਗੱਲ ਬਣ ਗਈ ਹੈ। ਨਾ ਫਿਰ ਕਰੋ ਤੁਸੀਂ, ਵੇਖੋ ਜਾਣ ਬੁੱਝ ਕੇ ਉਥਲਾਂ ਦਵੋਗੇ ਤੇ ਫਿਰ ਕੰਮ ਤੇ ਫਿਰ ਉਲਝ ਜਾਏਗਾ ਨਾ ਜੀ। ਜਦੋਂ ਨਹੀਂ ਜੋ ਮਤਲਬ ਤੁਹਾਡਾ ਇਸ ਸਵਾਲ ਨਾਲ ਤਲਕ ਨਹੀਂ, ਤੁਹਾਡਾ ਉਸ ਕਮਿਊਨਿਟੀ ਨਾਲ ਅਗਰ ਤਲਕ ਨਹੀਂ, ਬਕੌਲ ਤੁਹਾਡੇ, ਤੇ ਫਿਰ ਚੁੱਪ ਕਰਕੇ ਬਵੋ। ਤੁਸੀਂ ਨਾ ਮੈਨੂੰ ਫਿਰ ਟੱਚ ਕਰੋ। ਜਿਹੜੇ ਬਰਾੜ ਦੇ ਹੋਸਟ ਨੇ ਤੁਸੀਂ ਉਹਨਾਂ ਨਾਲ ਤੁਸੀਂ ਗਾਂਧੀ ਸਾਹਿਬ ਤੇ ਨਹੀਂ ਅਹਿਮਦੀ ਨਾ,
صحیح ہو گیا. جی جی کہ بٹ صاحب تو آتا ہو گیا پھر مسئلہ ٹھیک ہے تو آپ جا کے یہ گل کری. حسینی صاحب میری تے کوشش ہے وے جنہاں واسطے میں سوال پوچھا سی اللہ کرے انہاں نوں سمجھ آ گئی ہوے. تے حسینی صاحب میں شکر ہے براڑ دے اتتے ہی ہاں تے میں ہو سکتا ہے بعد تھلے لے جا تے اے دھوئیں والے بندے پلیز سیان لیا کرو یا منو نہ بنا چھڑو تے میں جڑا نہیں تواڈے دھوئیں والے بندے میں سائڈ تے رکھا کراں. ہیلو جی پلیز. ہاں نہیں پوچھو سوال جہاں بھی تساں پوچھنا ہے تو ماشاء اللہ بڑی اچھی گل ہے. حسینی صاحب میرا سوال ہے وے کیا مطلب خدا پاک انہاں نوں اسمان تے نہیں لے کے جا سکتا؟ میرا سوال ہے وے کیا مطلب ساڈا تے ایمان ہے نا رب ہر چیز مطلب جو چاہے کر سکتا ہے. کیا خدا انہاں نوں اسمان تے نہیں لے کے جا سکتا؟ میرا سوال ہے وے. یہاں تے ہوئے نا وا نہیں مطلب کدھر لکھتا ہوئے نہیں میں کسی نے بھی نہیں لے کے جا دا یا میرا ہے پھر تو چلو بندہ آخر نہیں یار وہ ٹھیک ہے. جب خدا ہر چیز کر سکتا تو کیا انہوں نے عثمان تو نہیں لے؟ ہاں جڑی چیز لکھی ہے خدا نے یا قرآن پاک وچ لکھی ہے حدیثاں وچ لکھی ہے اے نہیں ٹھیک ہے اسی انہاں تے اسی ایکشن لواں دے پر جڑے مطلب اے تے استغفر اللہ نعوذ باللہ اللہ معاف کرے کفر کفر نہ اے تے شک کرنے والی گل ہوگی نا ورنہ یہ جو ہی نہیں سکتا ہے نا. سوال ایک بٹ صاحب گل ہے وے کہ اللہ پاک تے ان اللہ علی کل شیء قدیر. اللہ تے ہر چیز دے اتے ہر چاہت دے اتے قادر ہے تے اللہ اکبر. جے اللہ 10 مہینے دے حمل ایک بندے نو چنگے بھلے بندے نو مرد نو مین نو 10 مہینے دا حمل کرن دے اتے قادر ہے تے انہوں 2 سال تک عورت بنان تے اگر اللہ قادر ہے نا تے پھر اللہ پاک دے تے بھی قادر ہے. اور اللہ اگر اس چیز تے قادر ہے جناب کہ موسیٰ علیہ السلام زندہ آسمان تے موجود ہون او مردیاں چو نہ ہون تے اللہ اے دے تے بھی قادر ہے حضرت عیسیٰ علیہ السلام نو زندہ آسمان تے اٹھا کے لے جائے. ہاں جی بالکل. السلام علیکم مفتی صاحب السلام علیکم. میرا بھی ایک سوال تھا. جی وعلیکم السلام. جی وہ مفتی صاحب میں نے یہ پوچھنا تھا کہ یہ مرزا صاحب کے جو مقد سے 16 دن خون آتا رہا اس کی کوئی وجہ آپ کو پتہ ہے؟ نہیں جی آج تک نہیں. یہ تو کوئی قادیانی ہی آئے گا تو وہ بتائے گا اس سے پوچھیں گے کہ وہ تو کہتے ہیں جی میرا یہ نشان نمبر 85 ہے یہ میرا معجزہ ہے کہ میری مقد سے 16 دن تک خون آتا رہا اور درد بھی بہت زیادہ تھا. تو معجزہ تو وہ ہوتا ہے کہ جو عاجز کر دے یعنی جو عام انسانوں کی طاقت میں نہ ہو تو پھر تو یہ ماننا یہ پڑے گا کہ قادیان کے اندر کوئی ایسا نہ کوئی مرد تھا نہ کوئی عورت تھی کہ جس کی مقد سے 16 دن تک خون آیا. تو مرزا صاحب کے اوپر یہ اللہ نے یہ معجزہ نازل کر دیا کہ دیکھو جی حسینی صاحب السلام علیکم. یہ 16 دن تک خون آ گیا ہے تو لہذا یہ معجزہ بن گیا ہے. جی تو مفتی صاحب ایک سوال میرا اور تھا یہ مرزا صاحب نے سچا خدا پرست ہونے کی السلام علیکم. وعلیکم السلام. یہ معجزہ نمبر 85 جو ہے اس کے بارے میں کچھ آپ پڑھ کر سنا سکتے ہیں؟ ایک سیکنڈ ججا صاحب کیا معجزہ تو نہیں نشان بتایا ہے؟ اگر موقع دیں تو میں وہ بتا دیتا ہوں. نشان جو ہے تو وہ نشان یوں ہے کہ حضرت مسیح موعود علیہ السلام کو ایک مرض لاحق تھی اور وہ بہت زیادہ مرض چل رہی تھی اور بہت سے لوگ اس مرض سے جو ہے وہ وفات ان کی ہوئی تھی. خونی پیچش ان کو کہہ سکتے ہیں اس مرض کو. تو کچھ لوگ اس مرض سے 6-7 دن ہی جو ہے وہ بچ سکے اور اس کے بعد ان کی وفات ہو گئی. لیکن حضرت مسیح موعود علیہ السلام کو یہ جو مرض ہے یہ ایک وبائی طور پر ہی چلی ہوئی تھی ایک صاحب کی. تو
وہ 16 دن اس مرض میں مبتلا رہے، اور وہ لکھتے ہیں اپنی کتاب میں کہ جو میرے اپنے تھے وہ چھپ چھپ کر مجھ سے دیواروں کے پیچھے روتے تھے کہ شاید جو ہے یہ مرض جان لے گی، لیکن اللہ تعالیٰ نے مجھے الہامی طور پر بتایا کہ اس مرض کا علاج جو ہے وہ بتایا، اور اس سے جو ہے وہ غیر معمولی طور پر شفا خدا تعالیٰ نے مجھے دی۔ تو یہ ایک نشان ہے کہ اللہ تعالیٰ اپنے نیک بندوں کو خطرناک اور مہلک موذی مرضوں سے بھی شفا عطا فرماتا ہے، تو یہ بھی ایک نشان ہی ہے۔ تو اس پر تمسخر اڑانا وہ ٹھیک ہے، اپنی مرضی ہے، تحریروں کو کوئی جس طرح مرضی لے لے اور جیسا مرضی سلوک کرے ان تحریروں سے، وہ اس کے اور اس کے دل کی مرضی ہے، تو اس کا معاملہ خدا کے ساتھ ہے۔ لیکن حضرت مسیح موعود علیہ الصلوۃ والسلام کو بفضل باری تعالیٰ اس مہلک اور ایک خونی مرض سے نشان غیر نمبر معمولی طور 86 پر شفا ہے، عطا فرمائے۔ جی یہ صفحہ نمبر 246 تے روحانی خدائن جلد نمبر 22 دے اتنے درج ہے۔ جی، اگر وہ آپ کے پاس موجود ہو تو آپ پڑھ دیں، میں پڑھ بے دینا ہوں شک تاکہ ہو سکے تو۔ تھوڑے تازہ ہو جائے تے یہ تے پھر جی جو آپ کرنے ضرور کر لو۔ ایک جی مرتبہ میں کولنج زہیری سے سخت بیمار ہوا اور 16 دن پخانہ کی راہ سے خون آتا رہا اور سخت درد تھا جو بیان سے باہر ہے۔ انہی دنوں میں شیخ رحیم بخش صاحب مرحوم مولوی ابو سعید محمد حسین صاحب کے والد ماجد بٹالہ سے میری عیادت کے لیے آئے اور میری نازک حالت انہوں نے دیکھی، اور میں نے سنا کہ وہ بعض لوگوں کو کہہ رہے تھے کہ آج کل یہ مرض وبا کی طرح پھیل رہی ہے۔ بٹالہ میں ابھی میں ایک جنازہ پڑھ کر آیا ہوں جو اسی مرض سے فوت ہوا، اور ایسا اتفاق ہوا کہ محمد بخش نام ایک اجام قادیان کا رہنے والا اسی دن اسی مرض سے بیمار ہوا اور 8ویں دن مر گیا، اور جب 16 دن میری مرض پر گزرے تو آثار نومیدی کے ظاہر ہو گئے، اور میں نے دیکھا کہ بعض عزیز میرے دیوار کے پاس روتے تھے اور مصنون طور پر 3 مرتبہ سورۃ یاسین سنائی گئی۔ جب میری مرض اس نوبت پر پہنچ گئی تو خدا تعالیٰ نے میرے دل پر القاء کیا کہ اور علاج چھوڑو اور دریا کی ریت جس کے ساتھ پانی بھی ہو تسبیح اور درود کے ساتھ اپنے بدن پر ملو۔ تب بہت جلدی دریا سے ایسی ریت منگوائی گئی اور میں نے اس کلمہ کے ساتھ کہ سبحان اللہ و بحمدہ سبحان اللہ العظیم اور درود شریف کے ساتھ اس ریت کو بدن پر ملنا شروع کیا۔ ہر ایک دفعہ جو جسم پر وہ ریت پہنچتی تھی تو گویا میرا بدن آگ میں سے نجات پاتا تھا۔ صبح تک وہ تمام مرض دور ہو گئی، اور صبح کے وقت اعلان ہوا وَإِن كُنتُمْ فِي رَيْبٍ مِّمَّا نَزَّلْنَا عَلَىٰ عَبْدِنَا فَأْتُوا بِشِفَاءٍ مِّن مِّثْلِهِ۔ اے جناب اصلو تحریر ہے۔ جزاکم اللہ، جزاکم اللہ۔ بس یہی ہے اس کی حقیقت، یہی وہ نشان ہے کہ اللہ تعالیٰ نے غیر معمولی طور پر ان کو الہامی نسخہ بتا کر اس لحاظ سے بھی ان کو شفا عطا فرمائی۔ اور ویسے بھی حسین صاحب بعض اوقات میں نے تو دیکھا ہے بچپن میں کہ اگر کسی کو مطلب کوئی بجلی کرنٹ وغیرہ اگر لگ جاتا تھا تو اس کو پھر جلدی سے وہ جو دریائی ریت ہوتی ہے وہ گیلی ہوتی ہے تو اس کے اندر جو ہے وہ اس کو سارے بندے کو دبا دیتے تھے۔ شاید ہو سکتا ہے کہ اس سے جسم جو ہے وہ ٹھنڈا ہوتا ہو، یا واللہ علم کیا ہے اس کا راز تو مجھے نہیں معلوم۔ میرا خیال ہے مفتی صاحب کچھ اور سوال پوچھ رہے غالباً وفات مسیح دے متعلق، تے جی احمدی اتنے موجود نہیں ہے تے میرا خیال ہے وہ تو گل کر لو، یہ کوئی اتنی بڑی گل تو نہیں، ٹھیک ہی ہے، اس طرح ہی ہے کہ نہیں مفتی صاحب ٹھیک ہے کسی اور سے بات کر لیں، میں تو نہیں مفتی صاحب سے بات کروں گا۔
اچھا تو میں تو بس اتنا ہی، صرف یہ نشان کی بات تھی، تو میں نشان نمبر جو ہے میں نے پڑھا ہوا تھا، تو اس کا سیاق و سباق میں نے بتا دیا، تو آپ نے تحریر پوری پڑھ کر سنا دی ہے، تو یہ اس لیے آپ کی مہربانی ہے، ٹھیک ہے. شکریہ جی. باقی اور بات کریں جس نے کرنا ہے. اچھا بات یہ ہے کہ ججا صاحب آپ کہہ رہے ہیں کہ یہ معجزہ ہے اور وہ بہت سے لوگوں کو مر رہے تھے اس مرض سے، تو لہذا وہ الہامی ایک نسخہ اللہ نے ان کو بتایا، دریا کی وہ ریت منگوائی تو یہ ہوا تو وہ ہوا، ٹھیک ہو گیا. اچھا بات یہ ہے کہ حضرت عیسیٰ علیہ السلام کے معجزات قرآن پاک کے اندر موجود ہیں، اور جب وہ تشریف لائیں گے تو اس وقت کی بھی ساری باتیں قرآن کے اندر بھی ہیں اور احادیث کے اندر بھی اس کی وضاحت ہمیں ملتی ہے. کیا کوئی ایسی قرآن کی آیت، کیونکہ آپ لوگوں کا یہ ہوتا ہے کہ بھائی قرآن سے بات کریں اور حدیث سے بات کریں، کیا قرآن کی کوئی آیت ایسی ہے یا کوئی ایسی حدیث ہے کہ آنے والے مسیح یعنی مسیح موعود کی یہ علامت بتائی گئی ہو کہ اس کا یہ معجزہ ہوگا کہ 16 دن تک اس کی مکر سے خون آئے گا اور درد بھی اس کو بہت زیادہ ہوگا، تو وہ اس کا نشان ہوگا، وہ اس کا معجزہ ہوگا؟ کیا کوئی ایسی کوئی قرآن کی آیت یا حدیث ہے؟ حسین صاحب نے جو پڑھ کر سنا دیا ہے، میں حسین صاحب سے مخاطب ہوں، جو انہوں نے پڑھ کر سنا دیا ہے اور اس کے بارے میں نے بھی بتا دیا ہے، تو وہی ہے. اور اس کو نشان لکھا ہے انہوں نے، تو نشانات ہی ظاہر ہوتے ہیں. معجزہ وغیرہ جو جس طرح کے مانگتے تھے رسول اللہ صلی اللہ علیہ وسلم سے بھی لوگ مانگتے تھے، تو آپ صلی اللہ علیہ وآلہ وسلم کو بھی اللہ تعالیٰ نے فرمایا کہ ان کے سامنے جو مرضی تم کر کے دکھا دو، جو چاہتے ہیں وہ کر کے دکھا دو، کہ تبھی یہ ایمان نہیں لانے والے. تو معجزہ جو ہے وہ میرا خیال ہے پہلا جڑا سوال مفتی صاحب نے کیتا ہے نا، وہ یہ ہے کہ کیا اللہ تعالیٰ نے قرآن کریم یا حدیث شریف مقد دے خون آمن نو معجزہ قرار دیتا ہے یا نہیں؟ تے میرا خیال ہے نہ تے اتھے معجزہ ہے تے نہ مرزا صاحب نے ہی انہوں معجزہ قرار دیتا ہے، معجزہ قرار دیتا ہے. ٹھیک ہے، یہ نام تے بیماری ہے. ہاں جی، تکلیف ہے، کانے چو خون آ گیا، نکسیر آ گئی، پیچش ہو گئی، پخانے چ خون آ گئے، تو بیماریاں نے، بیماری لگ سکتی، کسی نے بھی ہو سکتی ہے. جی بالکل. نہیں بات ہے وے حسین صاحب ہو کہ سکدیاں نے، انسان الٹیاں خونیاں آ سکدیاں نے، منہ دے ذریعے بالکل خون آ ٹھیک ہو گیا. لیکن اے وے حسین صاحب کہ تسی جنج فرما رہے ہو کہ معجزہ نہ ہی قرآن چ نہ ہی حدیث چ، یہ ہوئی تے میں کہہ رہا کہ مرزا صاحب کہندے نے پے نہ معجزہ ہے. مرزا صاحب نے یہ نہیں کیا کہ مگر تو خون آمن دا معجزہ ہے، وہ قرآن نہیں وہ نشان نمبر 85 ہی ہے جنا، نشان معجزے نو مرزا صاحب کہندے نے کہ معجزہ نشان معجزہ ہوندا ہے، یعنی معجزے دا دوسرا نام انہوں نے نشان رکھے ہے. معجزے نو نشان کوئی نہیں، نشان نو معجزہ کہو، لیکن تین چیزاں نے. ایک تے گل ہے کہ معجزے دا قرآن شریف اور حدیث وچ پہلے تو اگر بیان ہوئے تو او دا نام معجزہ نہیں، او دا نام ہے پیشگوئی، کہ پیشگوئی فرمائی گئی ہوئے کہ آئندہ زمانے چل کے ایسا ہوئے گا، او تو کوئی نہیں ہے. بالکل ٹھیک ہے. ہاں جی، لیکن یہ بھی پیشگوئی کوئی نہیں کہ آئندہ چل کے کدے کسی نو پیچش نہیں ہوئے گی اور کسی نو خون نہیں آئے گا کسی رستے تو. نہیں وہ تو چلو ٹھیک ہے. ہن دا مطلب ہے وے کہ جدے بھی اگر پیچس آن خونی پیچس یا بواسیر ہو جائے تو او کہے گا کیا ہن میرا معجزہ ہو گیا، نشان ہو گیا. جے تے انہیں کیا وے خونی پیچش آنا معجزہ ہے تو پھر تے غلط ہے، تے انہیں کیا ہی نہیں. بھائی اے ویکھو نا نشان 85 روحانی انہوں نے کدنے نہیں کیا کہ مینوں جڑا مقد تو خون آنا ہے اے میرا معجزہ ہے، تے نہیں کیا انہوں نے. اے نشان ہے، نشان معجزے نو کہندے نے. میں نشان معجزے نو تے معجزہ نشان نو تے ٹھیک ہے، گل صحیح ٹھیک ہے جی بالکل. لیکن مقد تے خون آون نو معجزہ انہوں نے نہیں کیا. یہ ہوئی تے کہ ہے لکھا تے 16 دن پخانہ کی راہ مقد نو کہندے جی. شفا مل جانی، شفا ملنی. ایک منٹ اونا حسینی صاحب آندے نے پے اوتھے مقد دا لفظ کوئی نہیں، پخانہ کی راہ مقد ہی کہندے نے. میں تے عرض کرنا پیا، میں یہ نہیں کیا کہ اتنے مقد دا نہیں ہے، میں تے تواڈے سامنے ہونے پڑھیا
ਹਾਂਜੀ ਹਾਂਜੀ, ਇਹ ਨਾ ਪਖਾਨੇ ਦੀ ਰਾਹ ਨੂੰ ਕਹਿੰਦੇ ਜੇ ਮਕਦ। ਪਖਾਨਾ, ਮੈਂ ਇਹੋ ਹੀ ਪਿਆ ਕਹਿਣਾ ਵੀ ਪਖਾਨੇ ਦੇ ਰਾਹ ਦਾ ਤਰਜਮਾ ਮਕਦ ਕਰ ਲਓ ਜਾਂ ਮਕਦ ਦਾ ਤਰਜਮਾ ਪਖਾਨੇ ਦੀ ਰਾਹ ਕਰ ਲਓ। ਹਾਂ ਹਾਂਜੀ ਹਾਂਜੀ, ਇਹ ਦੋਵੇਂ ਇੱਕ ਚੀਜ਼ ਨੇ। ਹਾਂਜੀ ਠੀਕ ਹੋ ਗਈ ਨਾ ਗੱਲ? ਹਾਂ ਜੀ ਹਾਂ। ਤੇ ਕੁਰਾਨ ਜ਼ਹੀਰੀ ਜਿਹੜੀ ਹੈ ਉਹਨੂੰ ਪੇਚਿਸ਼ ਕਹਿ ਲਓ ਜਾਂ ਕੁਰਾਨ ਜ਼ਹੀਰੀ ਕਹਿ ਲਓ। ਹਾਂਜੀ ਠੀਕ ਹੋ ਗਿਆ ਨਾ? ਹਾਂਜੀ ਤੇ ਇਸ ਲੋਕਾਂ ਨੂੰ ਪੇਚਿਸ਼ ਹੁੰਦੀ ਹੈ ਤੇ ਉਹਨਾਂ ਨੂੰ ਖੂਨ ਆਉਂਦਾ, ਸਾਰੇ ਲੋਕਾਂ ਨੂੰ ਹੀ ਆਉਂਦਾ। ਹਾਂ ਉਹਨਾਂ ਨੇ ਬਿਲਕੁਲ ਇਹ ਠੀਕ ਨਹੀਂ ਹੈ। ਕਿਹਾ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਚੂੰਕਿ ਮੈਨੂੰ ਇਹ ਪਖਾਨੇ ਦੀ ਰਾਹ ਖੂਨ ਆਉਂਦਾ ਰਿਹਾ ਤੇ ਇਹ ਬਹੁਤ ਬੜਾ ਮੌਜਜ਼ਾ ਹੈ, ਇਹਨੂੰ ਤੁਸੀਂ ਮੌਜਜ਼ਾ ਮੰਨ ਲਓ। ਇਹ ਤੇ ਨਹੀਂ ਕਿਹਾ ਉਹਨਾਂ ਨੇ। ਨਹੀਂ ਮੰਨਣ ਦੀ ਗੱਲ ਨਹੀਂ, ਉਹਨਾਂ ਨੇ ਕਿਤਾਬ 'ਚ ਲਿਖਿਆ ਸੀ, ਮੰਨਣ ਮਨਾਉਣ ਦੀ ਤੇ ਗੱਲ ਕੀਤੀ ਨਹੀਂ। ਮੈਂ ਇਹੋ ਹੀ ਅਰਜ਼ ਕਰਨਾ ਪਿਆ ਵੀ ਕਿਤਾਬ ਤੋਂ ਹੀ ਪੜ੍ਹ ਰਹੇ ਹਾਂ। ਕਿਤਾਬ ਦਾ ਸਫਾ ਨੰਬਰ 246 ਵੀ ਪੜ੍ਹ ਰਹੇ ਹਾਂ, ਰੂਹਾਨੀ ਖਜ਼ਾਨ 22 ਵੀ ਪੜ੍ਹ ਰਹੇ ਹਾਂ, ਹਕੀਕਤ ਰਵਈ ਵੀ ਪੜ੍ਹ ਰਹੇ ਹਾਂ, 85 ਨੰਬਰ ਵੀ ਪੜ੍ਹ ਰਹੇ ਹਾਂ ਤੇ ਨਿਸ਼ਾਨ ਵੀ ਪੜ੍ਹ ਰਹੇ ਹਾਂ। ਇਹ ਸਾਰੀਆਂ ਚੀਜ਼ਾਂ ਠੀਕ ਨੇ, ਬਿਲਕੁਲ ਠੀਕ ਹੋ ਗਿਆ। ਅੱਛਾ ਤੁਸੀਂ ਇਹ ਵੀ ਜ਼ਰਾ ਗੌਰ ਰੱਖਣਾ ਵੇ ਕਿ ਇਹ ਕਿਤਾਬ ਜਿਹੜੀ ਲਿਖੀ ਜੇ ਉਸ ਬੰਦੇ ਦੇ ਰੱਦ ਦੇ ਵਿੱਚ ਇਹਨਾਂ ਨੇ ਲਿਖੀ ਸੀ ਕਿ ਹਕੀਕਤ ਨੂੰ ਵਹੀ ਕਿ ਜਿਹੜਾ ਬੰਦਾ ਨਬੂਵਤ ਦਾ ਦਾਈ ਸੀ ਜਾਂ ਸਮਝੋ ਇਲਹਾਮ ਦਾ ਦਾਈ ਸੀ, ਔਰ ਮਿਰਜ਼ਾ ਸਾਹਿਬ ਦਾ ਬਹੁਤ ਵੱਡਾ ਪਹਿਲੇ ਉਹ ਅਹਮਦੀ ਸੀ, ਮੁਰੀਦ ਸੀ ਮਿਰਜ਼ਾ ਸਾਹਿਬ ਦਾ, ਚੰਦੇ ਵੀ ਦਿੰਦਾ ਹੁੰਦਾ ਸੀ। ਠੀਕ ਹੈ ਨਾ, ਡਾਕਟਰ ਅਬਦੁਲ ਹਕੀਮ। ਨਿਸ਼ਾਨ ਨੰਬਰ 85 ਨਾਲ ਕੋਈ ਤਲਕ ਨਹੀਂ ਹੈ ਤੇ ਉਹਦੇ ਉਹਨੂੰ ਰੱਦ ਕਰਨ ਵਾਸਤੇ ਉਹਨਾਂ ਨੇ ਆਪਣਾ ਨਿਸ਼ਾਨ ਵਹਾਇਆ ਵੇ ਕਿ ਭਾਈ ਵੇਖ ਇਹ ਮੇਰਾ ਨਿਸ਼ਾਨ ਹੀ ਤੇ ਮੈਂ ਸੱਚਾ ਵਾਂ। ਬਿਲਕੁਲ ਨਹੀਂ, ਬਿਲਕੁਲ ਨਹੀਂ। ਨਹੀਂ ਇਹ ਕਿਤਾਬ ਦਾ ਤੁਸੀਂ ਵੇਖ ਲਓ ਕਿ ਕਿਤਾਬ ਕਿਹਦੇ ਬਾਰੇ ਚ ਲਿਖੀ ਗਈ ਹੈ, ਤੁਹਾਨੂੰ ਪਤਾ ਹੈ ਹੁਸੈਨੀ ਸਾਹਿਬ? ਮੈਨੂੰ ਇਸ ਚੀਜ਼ ਨਾਲ ਕੋਈ ਗਲਤ ਨਹੀਂ, ਇਹ ਕਿਤਾਬ ਕਿਹਦੇ ਬਾਰੇ ਲਿਖੀ ਗਈ ਹੈ, ਸੱਚੀ ਹੈ ਝੂਠੀ, ਮੈਨੂੰ ਇਹਦੇ ਨਾਲ ਕੋਈ ਗਲਤ ਨਹੀਂ। ਨਹੀਂ ਉਹ ਤਾਂ ਠੀਕ ਹੈ, ਤੁਸੀਂ ਵੇਖੋ ਨਾ ਕਿ ਇਹ ਕਿਤਾਬ ਕਿਸ ਤਨਾਜ਼ੁਰ ਚ ਇੱਕ ਬੰਦੇ ਨੂੰ ਝੂਠਾ ਸਾਬਤ ਕਰਨ ਵਾਸਤੇ ਲਿਖੀ ਗਈ ਹੈ। ਮੈਨੂੰ ਸਿਰਫ ਇਸ ਗੱਲ ਨਾਲ ਗਲਤ ਹੈ ਕਿ ਨਿਸ਼ਾਨ ਨੰਬਰ 85 ਕੀ ਹੈ। ਹਾਂ ਬਿਲਕੁਲ ਸਹੀ ਹੋ ਗਿਆ। ਮੈਂ ਸਿਰਫ ਨਿਸ਼ਾਨ ਨੰਬਰ 85 ਨੂੰ ਪੜ੍ਹ ਰਿਹਾ ਤੇ ਦੇਖ ਰਿਹਾ ਕਿ ਇਹਦੇ 'ਚ ਕਿਹੜੀ ਗੱਲ ਮੁਝਬੇ ਇਤਰਾਜ਼ ਹੈ। ਇਹਦੇ 'ਚ ਬਖਾਨੇ ਦੀ ਰਾਹ ਖੂਨ ਆਉਣ ਤੋਂ ਇਨਸਾਨਾਂ ਨੂੰ ਆ ਸਕਦਾ, ਕਿਸੇ ਨੂੰ ਵੀ ਆ ਸਕਦਾ, ਕੋਈ ਐਸੀ ਵੱਡੀ ਬਿਲਕੁਲ ਉਹ ਸਾਰੇ ਮਸੀਹ ਮੌਤ ਨੇ ਨਾ ਬਣ ਗਏ ਹੁਣ। ਮੈਂ ਜਿਹਨੂੰ ਪਖਾਨੇ ਦੀ ਰਾਹ ਚ ਖੂਨ ਹੈ ਉਹ ਮਸੀਹ ਮੌਤ ਬਣ ਜਾਏ। ਮੈਂ ਇਹੋ ਅਰਜ਼ ਕਰ ਰਿਹਾ ਕਿ ਪਖਾਨੇ ਦੀ ਰਾਹ ਚ ਖੂਨ ਆਉਣ ਨੂੰ ਕੋਈ ਆਦਮੀ ਨਾ ਮਸੀਹ ਮੌਤ ਕਹਿੰਦਾ ਹੈ ਤੇ ਨਾ ਮਸੀਹ ਮੌਤ ਕੋਈ ਉਹਦਾ ਕਹਿੰਦੇ ਨੇ ਨਾ ਪੇ ਉਹ ਕੀ ਹੋ ਗਿਆ ਜਨਾਬ? ਕੋਈ ਨਹੀਂ। ਜੱਜਾ ਸਾਹਿਬ ਤੁਸੀਂ ਕਹਿੰਦੇ ਹੋ ਕਿ ਨਹੀਂ ਇਹ ਮਿਰਜ਼ਾ ਸਾਹਿਬ ਨੂੰ ਮਸੀਹ ਮੌਤ? ਨਾ ਬਿਲਕੁਲ ਜੱਜਾ ਸਾਹਿਬ ਵੀ ਨਹੀਂ ਕਹਿੰਦੇ। ਜੱਜਾ ਸਾਹਿਬ ਤੁਸੀਂ ਬਾਤ ਇਹ ਹੈ ਜਿਹਨੂੰ ਪਖਾਨੇ ਦਾ ਖੂਨ ਆਵੇ ਉਹਨੂੰ ਤੁਸੀਂ ਮਸੀਹ ਮੌਤ ਮੰਨ ਲੈਂਦੇ ਹੋ? ਨਹੀਂ ਮਿਰਜ਼ਾ ਸਾਹਿਬ ਨੂੰ ਤੁਸੀਂ ਮਸੀਹ ਮੌਤ ਮੰਨਦੇ ਹੋ ਕਿ ਨਹੀਂ, ਜਿਨ੍ਹਾਂ ਦੀ ਮੱਕਾ ਚ 16 ਦਿਨ ਦਾ ਖੂਨ ਆਇਆ? ਉਹ ਅਲੱਗ ਗੱਲ ਹੈ। ਇਹ ਮਸੀਹ ਲਹਿਦਾ ਤੇ ਨਾ ਹੋਈ। ਨਹੀਂ ਉਹ ਦੋ ਮੁਖਤਲਿਫ ਗੱਲਾਂ ਨੇ। ਪਖਾਨੇ ਦੀ ਰਾਹ ਖੂਨ ਮੁਫਤੀ ਸਾਹਿਬ ਅਗਰ ਤੁਹਾਨੂੰ ਆ ਜਾਏ ਜੀ ਤੁਹਾਨੂੰ ਇਹ ਮਸੀਹ ਮੌਤ ਮੰਨ ਲੈਣ, ਇਹਨਾਂ ਨੇ ਮੰਨ ਲੈਣਾ ਜੇ ਯਕੀਨ ਜਾਨੋ। ਪੁੱਛ ਲੋ ਆਪ ਸਾਹਮਣੇ ਬੈਠੇ ਮੱਕਾ ਚੋਂ ਯਕੀਨ ਮੰਨੋ ਕਿ ਸਾਡੀ ਮੱਕਾ ਚੋਂ ਅਗਰ 16 ਦਿਨ ਦੀ ਬਜਾਏ ਕੋਈ 20 ਦਿਨ ਖੂਨ ਆਇਆ ਨਾ, ਇਹਨਾਂ ਨੇ ਕਹਿਣਾ ਸਭ ਤੋਂ ਵੱਡਾ ਮਸੀਹ ਮੌਤ ਹੈ। ਮੈਂ ਕਰ ਰਿਹਾ ਕਿ ਜੇ ਇਹ ਗੱਲ ਹੈ ਉਹ ਤੇ ਇਨਕਾਰ ਕਰ ਰਹੇ ਨੇ, ਕਹਿੰਦੇ ਨਹੀਂ। ਕਿੰਨੇ ਹੱਸਦੇ ਜੇ ਕਿੰਨੇ ਹੱਸਦੇ ਜੇ ਬਦਲੇ ਲੈਂਦੇ ਜੇ ਕੀ ਜੱਜਾ ਸਾਹਿਬ ਜੀ ਅਹਲੇ ਹਰਮ ਬੇਤਫੀਕ। ਬਿਲਕੁਲ ਠੀਕ ਹੋ बेतफीक किस कदर बेतफीक हो गए हैं। बहरहाल अल्लाह ताला फजल करे। ਉਹ ਉਤਨੀ ਕੀ ਅਸੀਂ ਕਰ ਸਕਦੇ ਹਾਂ ਜਿਹੜੀ ਸਮਝ ਆਉਂਦੀ ਹੋਵੇ, ਉਸ ਤੋਂ ਅੱਗੇ ਅਸੀਂ ਨਹੀਂ ਜਾਣਾ। ਸਾਨੂੰ ਇਸ ਚੀਜ਼ ਨਾਲ ਕਿ ਮਸੀਹ ਮੌਤ ਕੋਈ ਉਹਦਾ ਵੀ ਹੁੰਦਾ ਹੈ ਕਿ ਨਹੀਂ ਹੁੰਦਾ, ਮੈਨੂੰ ਇਹਦਾ ਕੋਈ ਗਲਤ ਨਹੀਂ। ਮਸੀਹ ਮੌਤ ਉਹਦਾ ਹੁੰਦਾ ਹੀ ਕੋਈ ਨਹੀਂ, ਕੋਈ ਮਤਲਬ ਹੀ ਨਹੀਂ ਹੈ। ਅੱਲਾਹ ਤਾਲਾ ਨੇ ਕਿਤੇ ਕਿਹਾ ਵੀ ਮੈਂ ਮਸੀਹ ਮੌਤ ਭੇਜਣਾ ਹੈ। ਲੇਕਿਨ ਗੱਲ ਸਿੰਪਲ ਇਤਨੀ ਹੈ ਕਿ ਇਹਦੇ ਵਿੱਚ ਉਹਨਾਂ ਨੇ ਇਹ ਕੋਈ ਨਹੀਂ ਕਿਹਾ ਕਿ ਮੇਰਾ ਮੌਜਜ਼ਾ ਇਹ ਹੈ ਕਿ ਮੱਕਤ ਦੀ ਰਾਹ ਖੂਨ ਆਇਆ ਜਾਂ ਪਿੱਛੇ। ਉਹ ਕਿਹਾ ਤੇ ਹੈ ਵੇ ਜਨਾਬ, ਪੜੋ ਹਾਂ ਦੁਬਾਰਾ ਪੜੋ। ਮੈਂ ਪੜਿਆ ਸਾਰਾ, ਤੁਹਾਡੇ ਕਈ ਦਫਾ ਪੜਿਆ, ਜ਼ੁਬਾਨੀ ਯਾਦ ਹੋ। ਤੁਸੀਂ ਵੇਖੋ ਬਾਰ-ਬਾਰ ਪੜ੍ਹਦੇ ਰਹਿੰਦੇ ਨੇ। ਅਸੀਂ ਤਾਂ ਕਿਤਾਬ ਮੈਂ ਚਲੋ ਓਰੀਜਨਲ ਕਿਤਾਬ ਹੀ ਵਹਾ ਦੇਣਾ ਹੁਸੈਨੀ ਸਾਹਿਬ ਤੇ ਅਸੀਂ ਗੱਲ ਤਾਂ ਛੱਡਨੇ ਆ ਕਿ ਮੁਨਸਿਫੀ ਚਲੋ ਅੱਛੀ ਮੁਨਸਿਫ ਦੇ ਤੌਰ ਤੇ ਉਹ ਚੀਜ਼ ਪੜ੍ਹ ਦਿੰਦੇ ਨੇ। ਅਸਲ ਕਿਤਾਬ ਮੇਰੇ ਹੱਥ ਵਿੱਚ ਮੈਂ ਉੱਥੋਂ ਦੇਖ ਕੇ ਪੜ੍ਹ ਰਿਹਾ ਜੀ। ਸਫਾ ਮੇਰੇ ਸਾਹਮਣੇ ਖੁੱਲੇ ਹੈ, 246 ਨੰਬਰ ਸਫਾ ਹੈ, ਰੂਹਾਨੀ ਖਜ਼ਾਨ ਜਲਦ ਨੰਬਰ 22 ਹੈ।
ਤੇ ਹਕੀਕਤੁਲ ਵਹੀ ਕਿਤਾਬ ਦਾ ਨਾਂ ਹੈ ਤੇ 1 2 3 4 ਸਤਰਾਂ ਛੱਡ ਕੇ ਤੇ 5 ਸਤਰ ਹੈ ਜਿਹਦੇ ਵਿੱਚ 85 ਨੰਬਰ ਲਿਖੇ ਹੈ। ਨਹੀਂ 85 ਕੀ ਲਿਖਿਆ ਹੈ? 85 ਨੰਬਰ ਨਿਸ਼ਾਨ ਨਿਸ਼ਾਨ ਮੋਇਜ਼ੇ ਨੂੰ ਕਹਿੰਦੇ, ਨਿਸ਼ਾਨ ਮੋਇਜ਼ੇ ਨੂੰ ਕਹਿੰਦੇ ਨੇ ਕਿ ਨਹੀਂ? ਮੇਰਾ ਖਿਆਲ ਹੈ ਕਿ ਨਿਸ਼ਾਨ ਮੋਇਜ਼ੇ ਨੂੰ ਕਹਿੰਦੇ ਨੇ ਤੇ ਮੋਇਜ਼ਾ ਨਿਸ਼ਾਨ ਨੂੰ ਕਹਿੰਦੇ ਨੇ। ਠੀਕ ਹੋ ਗਿਆ। ਅੱਛਾ ਇਹ ਹੁਣ ਮੋਜਦਾ ਉਹ ਆਂਦੇ ਨੇ ਪਏ ਕਿ ਮੇਰਾ 85 ਨੰਬਰ ਮੋਜਦਾ ਹੈ ਵੇ। ਠੀਕ ਨਹੀਂ ਹੋਇਆ। ਕਰੋ ਜੀ ਅੱਗੇ। ਨਿਸ਼ਾਨ ਮੋਇਜ਼ੇ ਨੂੰ ਕਹਿੰਦੇ ਨੇ, ਠੀਕ ਹੈ, ਤੇ ਮੋਇਜ਼ੇ ਨਿਸ਼ਾਨ ਕਹਿੰਦੇ ਨੇ। ਬਿਲਕੁਲ। ਇਹ ਹੁਣ ਮੋਜਦਾ ਨੰਬਰ 85 ਜ਼ਰਾ ਪੜੋ। ਫਿਰ ਆ ਜਾਓ ਨਾ ਵਾਪਸ 85 ਤੇ 85 ਉਰਦੂ ਵਿੱਚ ਲਿਖੇ ਹੈ ਕਿ ਅੰਗਰੇਜ਼ੀ ਚ? ਇਹ ਤੇ ਜਨਾਬ ਹੁਣ ਤੁਸੀਂ ਦੱਸ ਰਹੇ ਐਡੀ ਸਾਇੰਸ ਮੈਨੂੰ ਨਹੀਂ ਪਤਾ ਹੈ। ਨਹੀਂ ਫਿਰ ਇਹ ਦੇਖਣਾ ਚਾਹੀਦਾ, ਜੇ ਅੰਗਰੇਜ਼ੀ ਲਿਖਿਆ ਫਿਰ ਨੰਬਰ ਉਰਦੂ ਹੀ ਲਿਖਿਆ। ਪਹਿਲਾ ਲਫ਼ਜ਼ ਹੀ ਨਹੀਂ ਪੜਨਾ ਹੁੰਦਾ ਤੇ ਫਿਰ ਬਾਕੀ ਕੀ ਪੜੋਗੇ? ਬਾਕੀ ਹੈ ਗੱਲ ਠੀਕ, ਇਹ ਗੱਲ ਠੀਕ ਹੈ ਤੁਹਾਡੀ ਜੱਜਾ ਸਾਹਿਬ। ਤੁਸੀਂ ਪੜ੍ਹ ਕੇ ਜ਼ਰਾ ਸੁਣਾਇਆ ਜੇ ਦੱਸੋ ਕੀ ਹੈ ਜੱਜਾ ਸਾਹਿਬ। 85 ਕਿਹੜੀ ਜ਼ਬਾਨ ਚ ਲਿਖਿਆ ਪੁੱਛ ਰਹੇ ਨੇ ਸੈਨ ਸਾਹਿਬ। ਸਫਾ ਨੰਬਰ ਦੱਸੋ। ਆਹੋ ਤੁਸੀਂ ਦੱਸਣਾ ਨਾ, ਤੁਹਾਡੀ ਕਿਤਾਬ ਚ ਲਿਖੇ, ਮੇਰੀ ਤੇ ਨਹੀਂ। ਇਹ ਸਫਾ ਨੰਬਰ ਦੱਸੋ। ਨਹੀਂ ਉਹੀ ਕਹਿ ਰਿਹਾ ਮੈਂ, ਕਿਤਾਬ ਤੇ ਜੱਜਾ ਸਾਹਿਬ ਦੀ ਹੈ ਨਾ, ਮੇਰੀ ਤੇ ਨਹੀਂ ਹੈ। ਇਹਦੇ ਹੁਣ ਜੱਜਾ ਸਾਹਿਬ ਪੜ੍ਹ ਕੇ ਸੁਣਾਉਣਗੇ। ਅਸੀਂ ਗੱਲ ਕਰ ਰਹੇ ਹਾਂ ਫਿਰ ਪੂਰੀ ਤਰ੍ਹਾਂ ਜਾਇਜ਼ਾ ਲੈਣੇ ਆ ਨਾ। ਹਾਂਜੀ ਜਾਇਜ਼ਾ ਲਵੋ ਨਾ ਜੀ। ਇਹ ਬਵੋ ਸਫਾ ਨੰਬਰ ਦੱਸੋ ਕੀ ਹੈ? ਸਫਾ ਨੰਬਰ ਹੈ ਜਨਾਬ 246। 246 246 ਨੂੰ ਜਮਾ ਕਰੀਏ ਤੇ ਕੀ ਬਣਦਾ? ਜਮਾ ਕਰੀਏ ਤੇ ਕੀ ਬਣਦਾ ਜੀ? ਐਡੀ ਮੈਥ ਮੈਨੂੰ ਨਹੀਂ ਜੇ ਹੁੰਦੀ ਹੈ। ਤੁਸੀਂ ਮੈਥਮੈਟਿਕਸ ਤੇ ਤੁਰ ਗਏ ਹੋ। ਇੱਥੇ ਮੱਕਾ ਚੋਂ ਖੂਨ ਛੁੱਟਦਾ ਪਿਆ ਤੇ ਤੁਸੀਂ ਨਹੀਂ 246 ਨੂੰ ਜਮਾ ਕਰੀਏ ਉੱਥੋਂ ਟੁਰਾਂਗੇ ਤੇ ਤਾਂ ਨਾ। ਸਹੀ ਮਤਲਬ ਸ਼ੁਰੂ ਤੋਂ ਸ਼ੁਰੂ ਕਰਾਂਗੇ। ਪਹਿਲੇ ਤਾਂ ਸਫਾ ਅਸੀਂ ਮੁਕਾਨੇ ਆ ਨਾ ਕਿ ਸਫੇ ਦਾ ਨੰਬਰ ਕੀ ਹੈ ਤੇ ਉਸ ਨੰਬਰ ਨੂੰ ਜਮਾ ਕਰੀਏ ਤੇ ਕੀ ਬਣਦਾ? ਨਹੀਂ ਇਹ 16 ਨੂੰ ਕਿਹਦੇ ਨਾਲ ਜਮਾ ਤਕਸੀਮ ਕਰਨੀ ਜੇ? 246 ਨੂੰ ਜਮਾ ਕਰਨਾ ਹੈ ਤੇ ਉਹਦਾ ਕੀ ਬਣੇਗਾ? ਅੱਛਾ 246 ਦੇ ਵਿੱਚ 16 ਅਗਰ ਜਮਾ ਕਰ ਲਈਏ ਤੇ 56 ਤੇ 56 ਤੇ 62 262 ਹੋ ਗਏ ਜੇ ਅਗਰ 16 ਵਿੱਚ ਜਮਾ ਕਰ ਲਈਏ ਤੇ। 262 ਚੋਂ ਅਗਰ 16 ਕੱਢੋ ਤੇ ਕੀ ਬਣੇਗਾ? ਅੱਛਾ 262 ਦੇ ਵਿੱਚੋਂ 16 ਕੱਢੀਏ ਤੇ ਫਿਰ 246 ਬਚ ਜਾਂਦਾ। 246 ਨੂੰ ਜਮਾ ਕਰੋ ਤੇ ਕੀ ਬਣੇਗਾ? ਅੱਛਾ 246 ਦੇ ਵਿੱਚ ਮੈਂ ਨਾ 85 ਨੂੰ ਜਮਾ ਕਰ ਲਈਏ ਹੁਣ। 85 ਨੂੰ ਜਮਾ ਕਰ ਲਓ। ਹਾਂਜੀ ਤੇ 200 ਅੱਛਾ 22 ਨੂੰ ਨਾ ਨਾਲ 22 ਵੀ ਨਜ਼ਰ ਹੁੰਦਾ ਪਿਆ, ਇਹਨੂੰ ਨਾ ਜਮਾ ਕਰ ਲਵਾਂ। ਜਮਾ ਕਰੋ 22 ਨੂੰ। ਬਿਲਕੁਲ ਬਿਲਕੁਲ ਠੀਕ ਹੋ ਗਿਆ। ਇਹ ਜਮਾ ਤਫਰੀਕ ਹੀ ਭੁੱਲ ਚੱਲੇ ਜੇ। ਉਹੀ ਤੇ ਕਹਿ ਰਿਹਾ ਤੇ ਕੰਮ ਬਿਖਰਦਾ ਜਾਂਦਾ ਪਿਆ। ਮੱਕਤ ਚੋਂ ਇੰਨੀ ਯਾਰੀ ਅਗਰ ਖੂਨ ਆਇਆ, ਅਸਲ ਚ ਹੁਸੈਨੀ ਸਾਹਿਬ ਵੇਖਣਾ ਚਾਹੁੰਦੇ ਨੇ ਪਏ ਕਿ ਮਿਰਜ਼ਾ ਸਾਹਿਬ ਦੀ ਮੱਕਤ ਚੋਂ ਖੂਨ ਕਿੰਨੀ ਯਾਰੀ ਆਇਆ ਹੈ। ਮੱਕਤ ਤੇ ਬਾਅਦ ਵਿੱਚ ਆਏਗਾ, ਪਹਿਲਾਂ ਤਾਂ ਨੰਬਰ ਇਕੱਠੇ ਕਰਾਂਗੇ ਤੇ ਫਿਰ ਉਹ ਇਹਨਾਂ ਨੰਬਰ ਇਕੱਠੇ ਕਰਾਂਗੇ। ਸਫੇ ਦੇ ਨੰਬਰ ਦੀ ਗੱਲ ਕਰ ਰਹੇ ਹਾਂ। ਮੱਕਤ ਬਿਲਕੁਲ ਠੀਕ ਆ। ਠੀਕ ਹੈ ਜੀ। ਇਹ ਜ਼ਰਾ ਜੱਜਾ ਸਾਹਿਬ ਕੈਲਕੂਲੇਟਰ ਖੋਲਿਆ ਜੇ ਜ਼ਰਾ। ਹਾਂਜੀ ਹੈਲੋ ਜੱਜਾ ਸਾਹਿਬ खोल लिया जाए कैलकुलेटर जजा साहब। अच्छा बात जो है तमस्कर में डालनी मेरा ख्याल है दुरुस्त नहीं है। निशान ये है कि अल्लाह ताला ने उनको शफा अता फरमाई, ये निशान है कि जब कुछ लोग जो थे वो जिनका पहले भी जिक्र हुआ है कि कुछ 8 दिन इस मर्ज में या 7 दिन मुब्तला रहे और 8वें दिन वफात पा गए, तो हज़रत मसीह मौऊद अलैहिस्सलाम को ये डबल जो है वो यानी एक आम बंदे थे कि जो डबल 16 दिन जो है इसी मर्ज में लाहक रहे। फिर अल्लाह ताला ने उनको जो है वो दूसरी दुआओं से रोका और अपनी तरफ से इल्हाम करके बताया और उससे उनको अल्लाह ताला ने शिफा दी। शिफा जो मिलनी है ना, ये है मुजज़ा बड़ा, ये नहीं है। इस मर्ज से बहुत से लोग पहले भी मर चुके थे, तो बाकी वैसे मर्ज। अच्छा मतलब तुहाडा ए कहना है कि जो 16 दिन तक मक्का चू खून है वो नहीं मुजज़ा बल्कि शिफा मुजज़ा है, ए कहना चाह रहे हो? बात तो यही वहाँ पर जो लिखी हुई है वो यही लिखी है कि उनको गैर मामूली तौर पर अल्लाह ताला ने शिफा दी, अपने इल्हाम से उनको बताया कि ਉਹੀ ਤੇ ਪੁੱਛ ਰਿਹਾ ਵਾਂ। ਤੁਸੀਂ ਆਂਦੇ ਹੋ ਪਏ ਕਿ ਜਿਹੜਾ 16 ਦਿਨ ਤੱਕ ਮੱਕਾ ਚੋਂ ਮਿਰਜ਼ਾ ਸਾਹਿਬ ਦੀ ਮੱਕਾ ਚੋਂ ਖੂਨ ਬਰਾਮਦ ਹੋਇਆ ਹੈ ਉਹ ਮੌਜੂਦਾ ਨਹੀਂ ਬਲਕਿ ਅੱਗੋਂ ਜਾ ਕੇ ਜਿਹੜੀ ਸ਼ਿਫਾ ਲੱਭੀ ਸੀ ਉਹ ਮੌਜੂਦਾ ਹੈ, ਕਹਿਣਾ ਚਾਹੁੰਦੇ ਹੋ ਪਏ?
ہاں خون جو ہے وہ کسی کو بھی اس طرح کی مرض لاحق ہو سکتی ہے، اس پر تمسخر اڑانا نہیں نہایت ہی تمسخر نہیں، جو میں تمہیں پوچھ رہا دریافت گدھا کر رہا نا انسان جناب. ہوتا ہے. ہاں بالکل گدھے گدھا ہوتا ہے. گدھے لوگ ہوتے ہیں جو اس طرح کے تمسخر اڑاتے ہیں، جی لیکن بالکل یہاں صحیح. پر بہت ہی ایک نشان ہے عظیم الشان، جو کہ عظیم اللہ الشان. تعالیٰ اچھا نے ان اچھا کو اللہ اچھا تعالیٰ نے ان کو ایسا غیر عظیم معمولی الشان تو طور بڑا پر بھی کوئی نشان ہے ایسی مرزا شفا صاحب دا عطا کہ یہ فرما ہوئی دی. ہے؟ نہیں وہ اور بھی بہت سے نبیوں کے ایسے ہیں نشانات جو ہیں، نہیں وہ نبیوں سارے کے نہیں، مرزا موجود صاحب دا ہیں. پوچھے ہے ان یعنی نبی ایسا تھے نا مرزا صاحب کی، تو لیکن اس پر میں تو بحث نہیں کرتا آپ سے، یہ حسین صاحب ہی ہیں وہی نہیں. بحث کر لیں. آپ فرما رہے ہیں کہ یہ عظیم الشان نشان ہے مرزا صاحب کا، اس سے بڑا بھی کوئی نشان بس تھا؟ وہ میں نے بتا دیا، جو مجھے جہاں تک علم تھا وہ میں نے بتا دیا ہے، بس اچھا یہی ویسے میرے پاس ججا علم صاحب ہے. اس سے بڑا بھی ایک عظیم الشان نشان ہے، وہ آپ بھول گئے ہیں. ٹھیک ہے، بڑے بڑے نشان اللہ تعالیٰ ظہور میں لاتا ہے جب انبیاء آتے ہیں دنیا مرزا میں. صاحب نے اپنا ایک نشان یہ بھی بتایا کہ مجھے دن اور رات میں 100 دفعہ ٹٹی موتر آتا ہے. ذرا ٹرک میں نہیں بس یہ یہ بھی باتیں نشان ہے. ابھی آگے بڑھائیں گے تو اس سے بے مقصد نہیں باتیں ہو بڑھائیں گے جائیں نہیں، گی، آپ کی بے فائدہ کتاب اگر کہتے ہیں تو میں کتاب کھول لیتا ہوں. بے فائدہ باتیں ہو جاتی ہیں، بے بھائی آپ مقصد کی باتیں، کتاب ہے اور نا، کسی کی. آپ کی کتابوں میں لکھا ہے میرے صحیح بھائی. ہے، وہ تو ہو گیا پہلا تو آپ کو سمجھ لگ گئی ہے نا، پہلے نشان نمبر 85 نہیں کی تو سمجھ سمجھ نہیں لگ نا، گئی یہ ہے. آپ نے ابھی یہاں پہ کہہ رہے ہیں کہ یہ عظیم الشان یہ معجزہ ہے مرزا صاحب کا. جی عظیم الشان یہ نشان ہے کہ ان کو اللہ تعالیٰ نے شفا عطا فرما دی، الحمدللہ. یہ عظیم اچھا الشان تو میں کہہ رہا ہوں کہ اس سے بڑا جو معجزہ تھا ان کا نشان کہ دن اور رات میں وہ 100 دفعہ ٹٹی موتر کرتے تھے، تو وہ نہیں ہے. آپ کہہ رہے ہیں یہ عظیم الشان ہے کہ 16 دن تک مکر سے خون آیا. ججا صاحب ججا صاحب لگتا ہے فون آ گیا ہے. لگتا ہے کوئی نہ انہاں کول مسٹیک ہو گئی ہے. عظیم الشان اصل چونوں کہنا سی انہاں نے نا 16 دن تک مکہ چو خون نو کہہ چھڑیا جی اے وے عظیم الشان معجزہ. حسین صاحب میں اجازت چاہتا ہوں، پھر تو آپ بات چیت کریں، میں ذرا مصروف ہونے لگا ہوں. اچھا ہاں جی ٹھیک ہو نہیں میرے پاس نہیں، میرے کو نہیں ہے. او نہ کام پہ گیا انہوں نے کوئی. صحیح ہو گیا. ہاں جی طاہر محمود امجد صاحب آ گئے نے. طاہر صاحب آ گئے نا جناب. جی السلام علیکم ورحمۃ اللہ وبرکاتہ. میں کہ 85 نمبر نشان دے متعلق مفتی صاحب کوئی پوچھ رہے نے، یہ دسو ذرا. یار میں تے آپ فیض یاب ہونا چاہنا ہے، ماشاءاللہ قادری بھی نے، مفتی بھی نے، اور خاص طور سے قادری ہونے دے لحاظ نال پیرانے پیر عبد القادر جیلانی رحمت اللہ علیہ یا پیرانے پیر شاہ عبد القادر جیلانی شاہین للہ دے قریب نے، انہاں دی کرامات دیکھنے ہیں، معجزات دیکھنے ہیں. ایک روحانی محفل بھی لائی جائے، ہر ویلے جڑا ادھر ادھر گلاں کردے رہنا. پیرانے پیر عبد القادر جیلانی رحمت اللہ علیہ انہاں دے قدماں دے وچ سارے اولیاء دیاں گردناں سی، رائٹ. وہ خود فرماندے نے وَكُلُّ وَلِي لَهُمْ قَدَمٌ وَإِنِّي أَنَا قَدَمُ النَّبِي بدر دجالی. اور وہ بھی ٹکی چھپی گل نہیں، قصیدہ غوثیہ جڑا بریلوی قادری ہے وہ ذکر دی محفل جمعرات نو کرن تو پہلے اکثر جڑا قصیدہ غوثیہ دا ورد کردا ہے، پڑھدا ہے، اور چھوٹی سرکار رحمت اللہ علیہ دے دربار چ حاضر ہوتا ہے. زیارتاں نصیب ہوندیاں اور علم و معرفت دیاں منازل طے ہوندیاں تے انہاں تے غور کردے ہیں تے انہاں تو فیض یاب ہونے اسی. نہیں فیض یاب تے تسی تانوں ہونا چاہیے مرزا صاحب تو، کیونکہ مرزا صاحب وڈے نے کہ غوث اعظم وڈے نے. مرزا صاحب نے تو خود لکھیا وے کہ میں غوث پاک تو وڈا ہاں، میرا درجہ غوث پاک تے اتے وے. تانوں تے تذکرہ مرزا صاحب دا کرنا چاہیے. تسی جڑا وے مرزا صاحب تو چھوٹی جڑیاں سیٹاں نے انہاں دے اوتے گفتگو شروع کر دتی کہ طاہر صاحب اے نا انصافی ہے جناب. مطلب سٹیپ بائی سٹیپ اگے جاندے نا انہوں نے. نہیں سٹیپ تے اے وے کہ مرزا صاحب تواڈے نزدیک سب تو وڈے اور سب تو اچا مقام تے نشان انہاں دا، تے گل تے اے وے کہ مرزا صاحب دے نشان نمبر 85 دے اوتے گفتگو پہلے تو چل رہی سی ساڈی، تسی آ کے اے نویں روحانی مجلس شروع کر دتی ہے جناب. اے کوئی توک نہیں بندا پیا کوئی دو. ہاں جی
ਉਹ ਸੈਣੀ ਸਾਹਿਬ ਤੁਸੀਂ ਹੋਸਟ ਕਰ ਰਹੇ ਹੋ ਨਾ ਜੀ ਮੈਂ ਐਸਾ ਕੋਈ ਬਿਆਨ ਦਿੱਤਾ ਹੈ ਜਿਹੜਾ ਇਹ ਜ਼ਿਕਰ ਕਰ ਰਹੇ ਨੇ ਕਿ ਮਿਰਜ਼ਾ ਸਾਹਿਬ ਸਭ ਤੋਂ ਵੱਡੇ ਨੇ ਤੇ ਇਹ ਕੋਈ ਗੱਲ ਨਹੀਂ ਨਹੀਂ ਸਮਝ ਮਿਰਜ਼ਾ ਸਾਹਿਬ ਨੇ ਫਰਮਾਇਆ ਉਹ ਤੇ ਮੈਂ ਬਿਆਨ ਮੇਰੇ ਦਿੱਤਾ ਨਾ ਬਾਰੇ ਜੀ ਮਨਸੂਬ ਕਰ ਰਹੇ ਨੇ ਮੁਫਤੀ ਸਾਹਿਬ ਕਿ ਮੈਂ ਇਹ ਕਹਿ ਰਿਹਾ ਇਹ ਸਮਝਣਾ ਵਾਂ ਇੰਜ ਕਰਦਾ ਵਾਂ تو میں غوث پاک رحمت اللہ علیہ حضرت پیران پیر غوث پاک دستگیر میں انہوں کو فیضیاب ہونا چاہنا اور اے ماشاءاللہ مفتی نہیں تسی کی سمجھتے تسی مرزا صاحب تو جڑے فیضیاب پہلے ہوئے ہو وہ دے تو کوئی کمی کتائی رہ گئی ہے ہلو رولے پہ گئے جی رولے پہ گئے جی آندھی رولے پہ گئے میوٹ شوٹ لاؤ کوئی تاکہ ٹھیک ہو جائے جی تساں کو گل پوچھنی ہے تو وہ پوچھ لو نہیں تو نشان نمبر 85 دے متعلق مفتی صاحب پوچھ رہے تے او دا اگر جواب دینا او دے دیو نہیں تو تساں پوچھنا تسی پوچھ لو یہ تو ہونا شاہ صاحب پڑھ کے سنا دیو سارے 2 صفحے کی یا نہیں سنائے تک میں تو میں انہیں سنایا دوبارہ بھی سنا میں حسین صاحب میں کم کر دیا السلام علیکم ورحمۃ اللہ وبرکاتہ میں دوبارہ میوٹ کر دینا وا میں صرف یہ دس دوں مینوں اگر حسین صاحب اجازت دیو تے میں پڑھ کے سنا دینا مفتی صاحب میں آ گیا وا تے تسلی نال اج گل کرنی ہے آپاں تے گال گول کوئی نہیں گی کڈنی آپاں کیونکہ آپاں انسان وگے تے گال کوئی نہیں گی کڈنی نہیں کوئی بھی نہیں اپنے آپ انسان ثابت کرنا ہے خود ہاں جی تے انسان اگر ثابت ہو گئے تے بعد وچ بھاویں اپنے آپ نو جڑا ہے او دوجے پاسے جی جڑا ہو مفتی صاحب دا جیڑی بھی ہو مطلب کہ اختیار کرن سڑک تے اے انہاں دے پلے آ میرے والوں تے پہلے السلام علیکم ورحمۃ اللہ وبرکاتہ پیار محبت دا سلامتی دا پیغام جی 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 گفتگو اپنی جاری رکھن میں اج مفتی صاحب نال گل کرنی آ نہیں کوئی گل نہیں ہن تسی بھی آ گئے ہو سر جوڑ کے بہ کے سارے سر جوڑ کے سارے نہیں تسی جنہاں نال گل کرن دے انہاں نال کری جاؤ جدوں ویلے ہو جاؤ گے تے تسلی دے نال آپاں دوویں گل کران گے بحیثیت اشرف المخلوقات کال ہے ایتھے مفتی صاحب نے ایک سوال پوچھیا آ کے علمی احمدی کوئی نہیں ہے ایتھے تے محمد الکشمیری ہے انہاں کو 75 جے جواب دتا تے میں تلاش ہون اچھا ہو گیا تسی آ گئے ہو لیکن یہ ہے کہ 3 بندے کٹھے نہ گل کرو ایک بندہ گل کرو تے مفتی صاحب دا جواب ہم دیں گے بالکل جڑا مرضی گل کرنا چاہتا ہے وہ کر لو اگر جنوں تسی آپس وچ انتخاب کر لو جنے تعارف نہیں ہے کہ سرکار صاحب سرکار صاحب تساں گل کرنی ہے تسی کر لو جٹ صاحب تساں کرنی ہے تسی کر لو جی صاحب میرا تواڈے قادیانی بھائی نے انہاں نال گفتگو نہیں ہوئی سی تہاڈی تے روز ہوندی رہندی آ میں 3 مہینے تو ویٹ کر رہا پھر آپس ہی فیصلہ کر لو نا کنے ایک نے گل کرنی ہے مطلب 3 بندے تے نہیں نا ایک بندے نال گل کر سکدے ایک کوئی کر اگر میں میرا استاد گل کرن ڈیا میں ہن اوتھے بولن جوگا تے نہیں ہاں میں خاموش ہاں پھر چپ کر رہو پھر نہ بولو جی ٹھیک ہے جی میں طاہر حمزہ صاحب نو پوچھ لو گل کر دین کیونکہ میری آواز بھی نہیں کلیئر ہونی تے میں میری آواز صاف بھی ہونی ٹھیک ہے پھر تسی دوئے چپ رہو تو پھر طاہر حمزہ صاحب میں چپ جی حسین صاحب میں چپ جی مینوں تالا لگ گیا ٹھیک ہو گئی گل لو جی پھر ہن تسی کرو گل دوئے جی حسینی صاحب ماشاءاللہ مفتی مبشر صاحب قادری موجود نے اور مکالمہ ہو رہا ہے انہاں دی ظاہر خواہش اور ہوئے گا کہ مرزا صاحب دے بارے کوئی ہے وے انہاں دا کوئی سوال ہوئے گا یا کوئی اعتراض ہوئے گا وہ پیش کریں گے میری خواہش ہوئے گی کہ میں پیرانے پیر عبد القادر جیلانی رحمۃ اللہ علیہ اور اولیاء جڑے پہلے گزرے نے بایزید بستامی رحمۃ اللہ علیہ جنید بغدادی رحمۃ اللہ علیہ تے اینا اولیاء دا تذکرۃ الاولیاء جے وچ یا دوسرا جڑا ذکر ہے انہاں تو بھی فیض یاب ہویا جائے بجائے اس دے کہ ہر ویلے تلخی رہندی ہے اور ماحول نو اس طرح گرمایا جاندا ہے میں تے پیرانے پیر عبد القادر جیلانی رحمۃ اللہ علیہ دے مریدی لا تخف واشن فانی عظوم قاتل عند القتال تے میں تے انہاں دے بڑی قدر دی نگاہ نال دیکھدا واں تے اج مفتی صاحب کولوں ایک اچھے ماحول دے وچ اسی فیض یاب ہونے ہیں تاکہ سلوک دیاں منزلاں اسی بھی حل کر سکیے انہوں نے چونکہ پہلے سوال کیتا ہے نشان نمبر 85 دا اور میرے کو کتاباں نہیں آگئی اور من پتا ہے کہ تواڈے کول موجود نے تسی بے شک وہ جڑا تسی پڑھ کے سنا دیو اور جڑا اعتراض ہے اگر میرے علم چ ہوئے گا
ਤੇ ਮੈਂ ਉਹਦਾ ਜਵਾਬ ਦੇ ਦਾਂਗਾ। ਅਗਰ ਮੇਰੇ ਇਲਮ 'ਚ ਨਹੀਂ ਹੋਏਗਾ ਤੇ ਮੈਂ ਕਹਿ ਦਾਂਗਾ ਕਿ ਮੇਰੇ ਇਲਮ 'ਚ ਨਹੀਂ ਹੈਗਾ ਔਰ ਮੇਰੀ ਮਾਜ਼ਰਤ ਹੋਏਗੀ ਉਸ। ਠੀਕ ਹੈ। अस्सलाम वालेकुम सर। वालेकुम सलाम। बिस्मिल्लाह बिस्मिल्लाह। मैं बस सुनांगा गल, बस सुनांगा तो मुफ्ती साहब पे करते ने, मैं सिर्फ उत्ते मैं क्या मैं मौजूद हूं कोई बस नहीं गुजर थोड़ी मेरे। वालेकुम सलाम आमिर भाई। वालेकुम सलाम। माइक म्यूट सी मेरा। कोई नहीं। ठीक है ਤੇ ਫਿਰ ਹੁਣ ਕਿੱਥੋਂ ਸ਼ੁਰੂ ਕਰਨਾ ਹੈ, ਕਿਹੜੀ ਜਗ੍ਹਾ ਤੋਂ ਸਮਝ ਜੀ? ਨਾ ਇੰਜ ਵੇ ਕਿ ਉਹ ਤੁਹਾਨੂੰ ਕਹਿ ਰਹੇ ਨੇ ਤਾਹਿਰ ਅਮਜਦ ਸਾਹਿਬ ਕਿ ਉਹ ਨਾ ਕਿਤਾਬ ਪੜ੍ਹ ਕੇ ਸੁਣਾ ਦਿਓ। ਉਹ ਆਂਦੇ ਨੇ ਮੇਰੇ ਕੋਲ ਇਸ ਟਾਈਮ ਕਿਤਾਬ ਨਹੀਂ, ਅਗਰ ਤੁਸੀਂ ਹਾਂਜੀ ਤੁਸੀਂ ਸੁਣਾ ਦਿਓ ਤੇ ਤਾਂ ਕਿ ਫਿਰ ਤਾਹਿਰ ਅਮਜਦ ਸਾਹਿਬ ਉਹਦਾ ਕੋਈ ਸਾਨੂੰ ਜਵਾਬ ਦੇ। ਮੈਂ ਇੱਕ ਗੁਜ਼ਾਰਿਸ਼ ਕਰ ਰਿਹਾ ਅਗਰ 1 ਮਿੰਟ ਦੀ ਇੱਕ ਅੱਧੇ ਮਿੰਟ ਦੀ, ਕਿ ਮੇਰੇ ਨਜ਼ਦੀਕ ਜਦੋਂ ਵੀ ਐਸ ਨੌਬਤ ਆਉਣ ਲੱਗੇ ਕਿ ਤੁਸੀਂ 1000 ਇਖਤਲਾਫ ਦੇ ਬਾਵਜੂਦ ਦੂਸਰਿਆਂ ਦੇ ਅਕਾਬਰੀਨ ਦੀ ਤੋਹੀਨ ਕਰਦੇ ਹੋਇਆ, ਤਮਸਖਰ ਉਡਾਉਂਦੇ ਹੋਇਆ, ਗੁਸਤਾਖੀ ਕਰਨੇ, ਤੇ ਮੇਰੀ ਪਹਿਲੀ ਪੇਸ਼ਗੀ ਮਾਜ਼ਰਤ ਹੈ ਕਿ ਮੈਂ ਉਸ ਮਹਿਫਿਲ ਦੇ ਵਿੱਚ ਜਾਂ ਉਸ ਗੁਫ਼ਤਗੂ ਦਾ ਹਿੱਸਾ ਨਹੀਂ ਬਣ ਸਕਦਾ। ਠੀਕ ਹੈ। 1000 ਇਖਤਲਾਫ ਹੋਣ ਮਿਰਜ਼ਾ ਸਾਹਿਬ ਦੇ ਬਾਰੇ 'ਚ, ਅਹਿਮਦ ਰਜ਼ਾ ਬਰੇਲਵੀ ਸਾਹਿਬ ਦੇ ਬਾਰੇ 'ਚ, ਜਾਂ ਕਿਸੇ ਵੀ ਹੋਰ ਦੇ ਬਾਰੇ 'ਚ, ਸਨਾਉल्ला ਸਾਹਿਬ ਅੰਮ੍ਰਿਤਸਰੀ ਦੇ ਬਾਰੇ 'ਚ, ਜਾਂ ਸਾਦੁੱਲਾ ਲੁਧਿਆਨਵੀ ਸਾਹਿਬ ਦੇ ਬਾਰੇ 'ਚ, ਜਾਂ ਕਿਸੇ ਵੀ ਦੇ ਬਾਰੇ 'ਚ, ਰਾਈਟ ਨਾਨੋਤਵੀ ਸਾਹਿਬ ਦੇ ਬਾਰੇ 'ਚ ਇਖਤਲਾਫ ਰਾਏ ਦੇ ਬਾਵਜੂਦ ਬਾਹਮੀ ਇਹਤਰਾਮ ਜਾਰੀ ਰਹਿਣਾ ਚਾਹੀਦਾ। ਅਗਰ ਉਹ ਕਾਇਮ ਨਹੀਂ ਰਹਿ ਸਕਦਾ ਔਰ ਅਗਰ ਤੁਹਾਡੀ ਤਬੀਅਤ ਇਸ ਦੀ ਇਜਾਜ਼ਤ ਨਹੀਂ ਦਿੰਦੀ, ਤੁਹਾਡਾ ਜ਼ੌਕ, ਤੁਹਾਡਾ ਸ਼ੌਕ, ਤੁਹਾਡਾ ਈਮਾਨੀ गैरत या कुछ भी नहीं कर सकते, तो वो अफसाना जिसे अंजाम तक लाना ना हो मुमकिन, उसे एक खूबसूरत मोड़ देकर छोड़ना अच्छा। तो मेरी पहली जड़ी वजाहत है, ऐ ना समझा जाए कि किसी दी वजह तो मैं लाजवाब हो गया या मरूब हो गया। सिर्फ यह होएगा, सिर्फ 3 कैफियत होंदियां ने। एक होंदा बंदा दूसरे को मरूब हो जाता है, लाजवाब हो जाता है, या एक डिसअपॉइंट हो जाता है। एक तीसरी कैफियत होंदी है कि बाज़ दफा गुफ्तगू के दौरान तुहानू घिन आन लग पैंदी और ताफुन की वजह तो तुसी समझदे हो कि इस तो बेहतर है कि इस महफिल तो उठ जाया जाए। इनू मद्देनजर रखते हुए अगर मुफ्ती साहब ने जो फरमाया है कि वो निशान 85 का वो किया जाए, वो तुसी पढ़ के सुना दियो। उस तो बाद पिराने पीर अब्दुल कादर जिलानी रहमतुल्लाह अलैह दे बारे च मैं और औलिया दे बारे च मैं इन्हां कोलों फैज़याब होना चाहांगा अगर असूली तौर ते उस ते राजी ने ते, वरना मैं इस पहले सवाल दे इन्हां नूं भी इंटरटेन नहीं करना चाहता। जज़ाकल्लाह। इन्हां कोल पुछ लो कि राजी ने। ਤੁਹਾਡੇ ਤੇ ਇਹਨਾਂ ਦੇ ਦਰਮਿਆਨ ਜਿਹੜਾ ਫਾਸਲਾ ਉਹ ਮੇਰੇ ਨਾਲੋਂ ਘੱਟ ਹੈ। ਤੁਸੀਂ ਜ਼ਿਆਦਾ ਨੇੜੇ ਬੈਠੇ ਹੋ ਤੇ ਮੇਰਾ ਖਿਆਲ ਹੈ ਸੁਣ ਵੀ ਰਹੇ ਨੇ, ਤੇ ਇਸ ਤਰ੍ਹਾਂ ਕੋਈ ਡਾਕ ਭੇਜਣ ਦਾ ਜ਼ਰੂਰੀ ਨਹੀਂ, ਬਸ ਜਿਹੜਾ ਬੰਦਾ ਸੁਣ ਰਿਹਾ ਹੁੰਦਾ ਉਹ ਜਵਾਬ ਦੇ ਸਕਦਾ ਖੁਦ ਹੀ। ਹਾਂ ਜੀ, ਮੈਂ ਤੁਹਾਡੀ ਹੁਸੈਨੀ ਸਾਹਿਬ ਆਪ ਉਹਨਾਂ ਦਾ ਮੁਤਾਲਬਾ ਪੂਰਾ ਕਰੋਗੇ ਤੇ ਅੱਗੇ ਗੱਲ ਟੁਰੇਗੀ ਨਾ। ਤੁਸੀਂ ਉਹ ਕਿਤਾਬ ਪੜ੍ਹ ਕੇ ਸੁਣਾਓ ਇਹਨਾਂ ਨੂੰ ਤੇ ਗੱਲ ਟੁਰੇ ਥੋੜੀ ਸ਼ੁਰੂ ਹੋਵੇ। ਪਤਾ ਨਹੀਂ ਫਿਰ ਹੁਣ ਉਹਨਾਂ ਦਾ ਇਹ ਅਸੂਲੀ ਤੌਰ ਤੇ ਤਿਆਰ ਹੋ ਕਿ ਉਸ ਤੋਂ ਬਾਅਦ पिराने पीर अब्दुल कादर जिलानी और बरेलवी मकतबे फिक्र दे जो तसव्वुरात ने औलिया दे बारे वो मैं गल करांगा और तुसी तसल्ली नाल जी नहीं मैं मेरे को वक्त नहीं है जनाब, मैं ते बड़ा मुश्किल जिहा वक्त कट के ते ਅੱਜ ਕਮੀ ਹੈ ਤੇ ਇਸ ਗੱਲ ਨੂੰ ਫਿਰ ਦੂਸਰੇ ਕਿਸੇ ਮੌਕੇ ਤੇ ਪਾ ਦਿੰਨੇ ਆ। हाँ जी, और मेरे को भी कतन वक्त नहीं हैगा कि मैं वन साइडेड कटहरे च खड़ा हो जावां ते तीर जड़े ने चलांदे रहन ते मैं दिफा करदा रहां। हमारी रस्म वफा यही है। ਗੱਲ ਇਹਦਾ ਅਸਲ ਵਿੱਚ ਮੁਫਤੀ ਸਾਹਿਬ ਦੇ ਕੋਲ ਕਿਲਤ ਤੇ ਵਕਤ ਜਿਹੜੀ ਹੈ ਨਾ, ਤੇ ਚੁੱਕ ਮਾਮੂਰੁਲ ਔਕਾਤ ਨੇ, ਮਸਰੂਫੁਲ ਔਕਾਤ ਨੇ जी जी, टाइम की बहुत कमी है, इस करके मेरा नहीं ख्याल कि इन्हों इस चीज़ पाना मुनासिब नहीं। मुफ्ती साहब जो फर्ग होके आवेंगे तो फिर इन्होंने गल कर लवे, फिर की बेशक आज असी महफिल में इत्थे ही मुफ्ती साहब हुण जा रहे हैं तो ठीक नहीं, एक ही गल मैं 3 महीनों तो वेट कर रहा। निशान दा जे कोई करना है तो कर लो, तो फिर चलो बस मैं करन ते लगा वा। हुण चलो आमन नज़ीर साहब आए आ, मैं उन्हां दे नाल गल करनी चाहुंदा। मेरे प्यारे प्यारे जट भाई मुदस्सिर जट भाई आई लव छड़ दवां मैं कोई गाल नहीं कढनी। इन्हां दे मुबाहले दा इन्हां ने जिहड़ा चैलेंज कीता सी ਇਹ ਦੌੜੇ ਹੋਏ ਉਹਦੇ ਤੋਂ। नहीं मुदस्सिर जट भाई मेरी ਤੁਹਾਡੇ ਨਾਲ बड़े प्यार नाल छोटे भाई होण नाल हसीयत दे नाल मैं दरखास्त करना कि सिर्फ क्या कहना हेलो लव यू दैट्स इट।
ਨਿਸ਼ਾਨ 85 ਦਾ ਜੇ ਕੋਈ ਕਰਨਾ ਤਾਂ ਚਲੋ ਕਰ ਲਓ। ਸੁਣਨੇ ਨਿਸ਼ਾਨ 85 ਦਾ ਉਸ ਸੂਰਤ ਦੇ ਵਿੱਚ ਹੋਏਗਾ ਕਿ ਉਸ ਵਕਤ ਤੁਹਾਡੇ ਚੋਂ ਕੋਈ ਔਲੀਆ ਅੱਲਾ ਦੇ ਬਾਰੇ ਚ ਔਰ ਜਿਹੜੇ ਆਪਣੇ ਮਕਤਬ ਫਿਕਰ ਦੇ ਬਾਰੇ ਚ ਉਹ ਬਿਆਨ ਕਰਨ ਲਈ ਤਿਆਰ ਹੋਏਗਾ, ਵਕਤ ਹੋਏਗਾ। ਚਲੋ ਜੀ ਠੀਕ ਹੈ ਜੀ, ਚਲੋ ਜੀ ਵਕਤ ਕੱਢ ਲੈਨੇ ਆ, ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ। ਚਲੋ ਇਹ ਗੁਫ਼ਤਗੂ ਸ਼ੁਰੂ ਕਰੋ ਨਿਸ਼ਾਨ 85 ਦੇ। ਸ਼ੁਰੂ ਕਰੋ। ਹਾਂਜੀ ਸ਼ੁਰੂ ਕਰੋ ਜੀ, ਇਹਨਾਂ ਦੀ ਸ਼ਰਤ ਮੈਨੂੰ ਮਨਜ਼ੂਰ ਹੈ, ਕਰੋ ਸ਼ੁਰੂ। ਮਤਲਬ ਆਪਣੇ ਆਪ ਨੂੰ ਵਕਤ ਚ ਨਾ ਪਾਓ, ਜੇ ਤੁਹਾਡੇ ਕੋਲ ਅੱਜ ਵਕਤ ਨਹੀਂ ਤੇ ਫਿਰ ਅਸੀਂ ਕੱਲ ਪਰਸੋਂ ਵੀ ਕਰ ਸਕਦੇ। ਕੋਈ ਵਕਤ ਨਹੀਂ ਜਨਾਬ, ਮੇਰਾ ਮਕਸਦ ਹੈ ਕਿ ਮੁਫਤੀ ਸਾਹਿਬ ਨੂੰ ਇਸ ਮਸਲੇ ਚ ਨਾ ਪਾਓ ਤੇ ਨਾ ਤੰਗ ਕਰੋ। ਕੋਈ ਐਸੀ ਗੱਲ ਨਹੀਂ, ਅਸੀਂ ਇੱਥੇ ਹੀ ਆ, ਅਗਲੇ ਹਫਤੇ ਵੀ ਕਰ ਸਕਦੇ ਹਾਂ। ਅਗਲੇ ਨਹੀਂ ਜੀ, ਮੈਂ ਕਹਿ ਰਹਾ ਨਾ, ਮੈਨੂੰ ਇਹ ਤੰਗੀ ਕਬੂਲ ਹੈ। ਇਹ ਨਿਸ਼ਾਨ 85 ਦੇ ਤੋਂ ਗੁਫ਼ਤਗੂ ਸ਼ੁਰੂ ਕਰੋ। ਚਲੋ ਠੀਕ ਹੈ। ਅੱਛਾ ਜੀ, ਅਧੂਰੀ ਗੱਲ ਛੱਡ ਕੇ ਨਾ ਜੱਜਾ ਉਹ ਮੁਕੰਮਲ ਕਰ ਬਸ। ਹਾਂ ਤੇ ਫਿਰ ਕਿੱਥੋਂ ਸ਼ੁਰੂ ਕਰਨੀ ਹੈ? ਜਿੱਥੇ ਜੱਜਾ ਛੱਡ ਕੇ ਗਿਆ। ਹੁਣ ਪਤਾ ਨਹੀਂ ਕਿੱਥੇ ਛੱਡ ਕੇ ਗਿਆ। ਇਹ ਮੁਫਤੀ ਸਾਹਿਬ ਕਹਿੰਦੇ ਮੈਂ ਤੇ ਹੁਣੀ ਆਇਆ ਦੇਖ ਕੇ। ਹਾਂਜੀ, ਇਹ ਨਾ ਅਸਲ ਚ ਤਾਹਿਰ ਹਮਜ਼ਾ ਸਾਹਿਬ ਬਾਅਦ ਚੋਂ ਆਏ ਨੇ ਨਾ, ਤੇ ਗੱਲ ਨਾ ਆਮਿਰ ਭਾਈ ਸ਼ੁਰੂ ਤੋਂ ਸ਼ੁਰੂ ਕਰਨੀ ਪੈਣੀ ਹੈ। ਅੱਛਾ ਹਾਂ, ਤੇ ਕੋਈ ਗੱਲ ਨਹੀਂ, ਇਹ ਨਾ ਹੁਸੈਨੀ ਸਾਹਿਬ ਇਬਾਰਤ ਪੜ੍ਹ ਕੇ ਸੁਣਾ ਦਿੰਦੇ ਨੇ ਤੇ ਤਾਹਿਰ ਹਮਜ਼ਾ ਸਾਹਿਬ ਸਮਝਾ ਦੇਣਗੇ। ਅੱਲਾ ਤੇ ਖੈਰ ਸੱਲਾ। ਚਲੋ ਕਿਉਂ ਜੀ, ਫਿਰ ਥੱਲੇ ਬੈਠੇ ਬੰਦਿਆਂ ਵਾਸਤੇ ਉਹ ਨੰਬਰ ਵੀ ਪੜ੍ਹ ਦਿਓ ਕਿ ਪਹਿਲੇ ਨੰਬਰ ਤੋਂ ਕੀ ਸ਼ੁਰੂ ਹੋ ਰਿਹਾ ਤੇ ਉਸ ਤੋਂ ਪਹਿਲੋਂ ਕੀ ਲਿਖਾ। ਇਹ ਸਾਰੀਆਂ ਮੈਨੂੰ ਸ਼ਰਤਾਂ ਸੁਣਾ ਦਿਓ ਤੇ ਮੈਨੂੰ ਪਾਬੰਦ ਕਰ ਦਿਓ ਵੀ ਕਿਹੜੀ ਗੱਲ ਮੈਂ ਪੜ੍ਹਨੀ ਹੈ ਤੇ ਕਿਹੜੀ ਨਹੀਂ ਪੜ੍ਹਨੀ, ਕਿਹੜਾ ਨੰਬਰ ਪੜ੍ਹਨਾ ਤੇ ਕਿਹੜਾ ਨਹੀਂ ਪੜ੍ਹਨਾ। ਮੈਂ ਬਿਲਕੁਲ ਤੁਹਾਡੇ ਮੁਤਾਬਕ ਚੱਲਣਾ। ਜਿਸ ਤਰ੍ਹਾਂ ਜਿੱਥੇ ਤੁਸੀਂ ਰੋਕਣਾ ਉੱਥੇ ਮੈਂ ਰੁਕ ਜਾਣਾ, ਜਿੱਥੇ ਤੁਸੀਂ ਚਲਾਣਾ ਉੱਥੇ ਮੈਂ ਚੱਲਣਾ। ਕਿੰਨੀਆਂ ਲੈਣਾ ਦਾ ਨਿਸ਼ਾਨ ਹੈ ਜੀ? ਕਿੰਨੀਆਂ ਲੈਣਾ ਦਾ ਨਿਸ਼ਾਨ ਹੈ? ਮਤਲਬ ਇਹ ਬਈ ਕਿੱਧਰ ਗਏ ਨੇ ਤਾਹਿਰ ਅਮਜਦ ਸਾਹਿਬ, ਕੀ ਕਹਿੰਦੇ ਨੇ? ਪੜ੍ਹਾਂ ਫਿਰ ਮੈਂ ਇਹਨੂੰ ਫੜਾਂ ਮੈਂ ਤਿਆਰੀਆਂ। ਜੀ ਹਾਂ, ਅਗਰ ਮੁਫਤੀ ਸਾਹਿਬ ਵਸ਼ਰ ਸ਼ਾਹ ਕਾਦਰੀ ਸਾਹਿਬ, ਉਸ ਤੋਂ ਬਾਅਦ ਅਸੀਂ ਤਫਸੀਲ ਨਾਲ ਔਲੀਆ ਅੱਲਾ ਦਾ ਜ਼ਿਕਰ ਕਰਾਂਗੇ। ਉਹਨਾਂ ਕੋਲ ਵਕਤ ਹੈ, ਕੋਈ ਪਾਬੰਦੀ ਨਹੀਂ, ਕੱਲ ਵੀ ਹੋ ਸਕਦਾ ਹੈ, ਅਗਲੇ ਹਫਤੇ ਹੋ ਸਕਦਾ ਹੈ, ਕਿਸੇ ਵੇਲੇ ਵੀ। ਉਹਨਾਂ ਕੋਲ ਪਾਬੰਦੀ ਵਕਤ ਹੈ ਵੇ, ਉਹਨਾਂ ਦੀ ਜੇਬ ਇਜਾਜ਼ਤ ਦਿੰਦੀ ਹੈ ਔਰ ਸਭ ਕੁਛ ਇਜਾਜ਼ਤ ਦੇ, ਬੇਸ਼ੱਕ ਕਰੋ। ਲੇਕਿਨ ਇਹ ਮੇਰਾ ਮੁਤਾਲਬਾ ਹੈ ਕਿ ਇਹ ਮਸ਼ਰੂਤ ਹੈ ਇਸ ਚੀਜ਼ ਦੇ ਕਿ ਅਗਲਾ ਸਵਾਲ ਜਿਹੜਾ ਹੈ ਉਹ ਅਸੀਂ ਔਲੀਆ ਅੱਲਾ ਦੇ। ਨਿਸ਼ਾਨ ਕਿੰਨੀਆਂ ਸਤਰਾਂ ਦਾ ਲਿਖਿਆ ਸੈਣੀ ਸਾਹਿਬ? ਕਿੰਨੀਆਂ ਸਤਰਾਂ ਨੇ ਦੀਆਂ? ਇਹਦੀਆਂ 17 ਪੜ੍ਹਨੇ ਆ ਜੀ। 1 ਤੇ 2 3 4 5 6 7 8 9 10 11 12 13 14 15। ਵੱਡਾ ਨਿਸ਼ਾਨ ਹੈ ਬੜਾ ਜੀ। ਚਲੋ ਓਏ ਇਹ ਤੇ ਆਮਿਰ ਭਾਈ ਤੁਸੀਂ ਆ ਗਏ ਹੋ ਤੇ ਇਹ ਨਿਸ਼ਾਨ ਛੋਟਾ ਰਹਿ ਗਿਆ। ਨਹੀਂ ਤੇ ਹੁਸੈਨੀ ਸਾਹਿਬ ਤੇ ਉਹ 246 ਨੂੰ ਵੀ ਵਿੱਚ 16 ਦੇ ਜਮਾ ਕਰਦੇ ਸਜੇ ਪਏ। ਬਹੁਤ ਛੋਟਾ ਜਿਹਾ ਨਿਸ਼ਾਨ ਵਾ। ਚਲੋ ਇੱਥੇ 2000 ਸਾਲ ਤੋਂ ਇੱਕ ਨਿਸ਼ਾਨ ਬੜਾ ਵੱਡਾ ਵਾ, ਜਿਹੜਾ ਜੀਂਦਾ ਤੁਰਿਆ ਫਿਰਨ ਡਿਆ ਤੇ ਰੋਟੀ ਪਾਣੀ ਬਗੈਰ ਜੀਂਦਾ ਤੁਰਦਾ ਫਿਰਦਾ। ਨਿਸ਼ਾਨ ਤੇ ਬੜੇ ਬੜੇ ਆ। ਚਲੋ ਜੀ, ਮੌਜਜ਼ੇ ਵੀ ਬੜੇ ਬੜੇ ਆ। ਜੇ ਨਾ ਗੱਲ ਕਰਨੀ ਉਹ ਵੀ ਤੇ ਇਜਾਜ਼ਤ ਦੇਣ ਨਾ ਵੀ ਮੈਂ ਇੱਥੋਂ ਸ਼ੁਰੂ ਕਰਨਾ ਵੀ ਮੈਂ ਨਿਸ਼ਾਨ ਪੜ੍ਹਾਂ ਤੇ ਫੇਰ ਗੱਲ ਸ਼ੁਰੂ ਹੋਏਗੀ, ਜਾਂ ਨਾ ਪੜ੍ਹਾਂ ਜਾਂ ਥੋੜੀ ਦੇਰ ਬਾਅਦ ਪੜ੍ਹਾਂ। ਨਹੀਂ ਬੇਸ਼ੱਕ ਜਦੋਂ ਤੁਹਾਡਾ ਦਿਲ ਕਰਦਾ ਹੁਸੈਨੀ ਸਾਹਿਬ। ਮੇਰਾ ਕੋਈ ਦਿਲ ਨਹੀਂ, ਮੇਰਾ ਤੇ ਉਹ ਮੈਂ ਤੇ ਉਹ ਕਰਨਾ ਜਿਹੜਾ ਤੁਸੀਂ ਦੱਸਣਾ ਕਹਿੰਦੇ ਹੋ ਤੇ ਮੈਂ ਸ਼ੁਰੂ ਕਰ ਦੇਣਾ, ਪੜ੍ਹ ਦੇਣਾ। ਬਿਸਮਿਲ੍ਲਾ ਕਰੋ ਜੀ, ਬਿਸਮਿਲ੍ਲਾ। ਇਹ ਜਨਾਬ ਰਵਾਨੀ ਖਜ਼ਾਇਨ ਜਿਲਦ ਨੰਬਰ 22 ਹੈ ਤੇ ਸਫਾ ਨੰਬਰ 246 ਹੈ ਤੇ ਕਿਤਾਬ ਹਕੀਕਤੁਲ ਵਹੀ ਹੈ ਤੇ ਪਹਿਲੀਆਂ 5 ਸਤਰਾਂ ਛੱਡ ਕੇ ਤੇ 85 ਨੰਬਰ ਹੈ ਤੇ ਅੱਗੇ ਲਿਖਿਆ ਨਿਸ਼ਾਨ। ਤੇ ਉਹਦੇ बाद ये बात शुरू होती है कि एक मरतबा मैं कुलंज जहरी से सख्त बीमार हुआ और 16 दिन पखाना की राह से खून आता रहा और सख्त दर्द था जो बयान से बाहर है। उन्हीं दिनों में शेख रहीम बख्श साहब मरहूम मौली अबू सईद मोहम्मद हुसैन साहब के वालिद माजिद बटाला से मेरी इयादत के लिए आए और मेरी नाजुक हालत उन्होंने देखी और मैंने सुना कि बाज़ लोगों को कह रहे थे कि आजकल ये मर्ज वबा की तरह फैल रही है। बटाला में अभी मैं एक जनाजा पढ़ कर आया हूँ जो इसी मर्ज से फौत हुआ है और ऐसा इत्तफाक हुआ कि मोहम्मद बख्श नाम एक जाम कादियान का रहने वाला उसी दिन इसी मर्ज से बीमार हुआ और 8वें दिन मर गया और जब 16 दिन
میری مرد پر گزرے تو آثار نومیدی کے ظاہر ہو گئے، اور میں نے دیکھا کہ بعض عزیز میرے دیوار کے پیچھے روتے تھے، اور مصنون طور پر 3 مرتبہ سورۃ یاسین سنائی گئی۔ جب میری مرض اس نوبت پر پہنچ گئی تو خدا تعالیٰ نے میرے دل پر القاء کیا کہ اور علاج چھوڑو، اور دریا کی ریت جس کے ساتھ پانی بھی ہو تسبیح اور درود کے ساتھ اپنے بدن پر ملو۔ تب بہت جلدی دریا سے ایسی ریت منگوائی گئی، اور میں نے اس کلمہ کے ساتھ کہ سبحان اللہ و بحمدہ سبحان اللہ العظیم اور درود شریف کے ساتھ اس ریت کو بدن پر ملنا شروع کیا۔ ہر ایک دفعہ جو جسم پر وہ ریت پہنچتی تھی تو گویا میرا بدن آگ میں سے نجات پاتا تھا۔ صبح تک وہ تمام مرض دور ہو گئی، اور صبح کے وقت اعلان ہوا وَإِن كُنتُمْ فِي رَيْبٍ مِّمَّا نَزَّلْنَا عَلَىٰ عَبْدِنَا فَأْتُوا بِشِفَاءٍ مِّن مِّثْلِهِ۔ بس ایتھے گل ختم ہو جاندی، اگے 86 نمبر شروع ہو جانا۔ جی مفتی صاحب نے اس نشان کو ایک اعتراض کے طاہر بھائی میں نا صرف ایک 10 سیکنڈ دی گل کرنی چاہنا، مڑ کے میں میوٹ کر دینا۔ گل اینی آ کہ انہاں دا تسی دیکھو کہ تھلے جننے بھی غیر احمدی آ ماں بھن دیاں گالاں کڈن ڈے آ، گفتگو کرن دی انہاں دے وچ ہمت ہی نہیں ہے بغیر گالاں تو۔ گفتگو نہیں کر رہے جٹ صاحب، وہ تے سارے تھلے والے بیسمنٹ وچ نے تے تھلے والیاں بساں تے چڑھے نے تے سفر کردے نے، تسی اوتے بیٹھے رہو چپ کر۔ ہاں جی جٹ صاحب تسی او دی پرواہ نہ کرو، بس ایتھے چلن دیو گل۔ جی میں مفتی صاحب اور دوسرے جو ہیں ہمارے غیر احمدی دوست وہ اس کو اعتراض کی صورت میں لیتے ہیں اور اس پر بہت شور مچا ہے، نشان 85 کہ جیسے یہ کوئی ایسا ویک پوائنٹ ہے یا ایسی کوئی بات ہے جو وضاحت نہیں جس کی جا سکتی۔ تو میں یہ اس تاثر کو، جبکہ قادری صاحب کا تعلق بریلوی مکتبہ فکر سے ہے اور صوفیات سے رشتے ہونے کا اور تصوف سے ایک تعلق کو ایک خاصا سمجھا جاتا ہے، اس میں حضرت مرزا صاحب کو اگر ایک تکلیف ہوئی ہے، کوئی مرض لاحق ہوئی ہے یا کوئی بیماری کی صورت میں آئی ہے، تو نہ تو یہ کوئی کسی کا کوئی مریض ہونا یہ کوئی قابل اعتراض ٹھہرتا ہے، نہ ہی اللہ تعالیٰ نے کوئی کی پہلی سنت میں جو انبیاء گزرے ہیں یا بزرگ گزرے ہیں ان کو کسی تکلیف میں یا امتحان میں مبتلا نہیں کیا۔ ان کا بیمار ہونا اور ان کا کسی بھی نہیں، حضرت ایوب علیہ السلام کی مثالیں بھی ہمارے سامنے اور باقی بھی انبیاء کی۔ تو مرزا صاحب بیمار ہوئے، یہ قطعاً کسی لحاظ سے بھی قابل اعتراض نہیں پہنچتی بات کہ وہ بیمار کیوں ہوئے۔ کسی قسم کا ہمارا دعویٰ نہیں ہے کہ وہ کسی نورانی وجود رکھتے تھے اور بشری تقاضوں سے وہ مبرہ تھے، وہ ایک انسان تھے، ان کو بشری تقاضوں کے تحت بیماری لاحق ہوئی۔ اب جب بیماری لاحق ہو جاتی ہے تو انسان اپنی پوری حد المقدور کوشش کرتا ہے کہ اس کا ازالہ کیا جائے۔ محمد حسین بٹالوی صاحب کے والد محترم نے بھی عیادت کے لیے آئے، اور ظاہر انہیں صالح سمجھتے ہوں گے، ان کو اتنی اہمیت دیتے ہوں گے کہ وہ آئے۔ انہوں نے بھی ایک تجویز پیش کی کہ ہاں بھئی یہ اس کی یہ صورتحال ایسی ہے کہ بٹالے میں بھی دیکھا گیا ہے کہ لوگ اس سے وفات پا رہے ہیں، اور قادیان میں بھی آپ نے ایک ذکر کیا کہ ایک شخص کو یہ مرض لاحق ہوئی اور وہ فوت ہو گئے۔ اب اس میں جو علاج دوسرے علاج کے ساتھ ان کو القاء ہوا، الہام ہوا، یا ان کے ذہن میں کوئی چیز آئی کہ اس طرح درود شریف پڑھا جائے اور دعا کی جائے، نہ تو وہ جو دعائیں ہیں وہ قابل اعتراض ہیں ان کے لیے یا ہو سکتی ہیں، یا کم از کم میرے نزدیک کہ آپ نے وہ کیوں پڑھا، نہ ہی یہ کوئی دم کرنا بریلوی مکتبہ فکر کے خلاف یہ کوئی بدعت ہے یا یہ کوئی قابل اعتراض چیز پہنچتی ہے۔ نام اللہ کا لیا جا رہا ہے، مدد اللہ سے لی جا رہی ہے، اور ایک ذہن میں آیا ہے وہ ریت کے ذروں پر ہو یا پانی پر دم کر کے یا کوئی اور پاک کلام پڑھ کر اس سے فیض یاب ہوا جائے۔
तो ये काबिल एतराज़ हरगिज़ नहीं ठहरता। और फिर उन्होंने किया, और फिर अल्लाह तबारक ताला ने अपनी मर्ज़ी से, अपनी रज़ा से उनको सेहतयाब भी कर दिया। तो ये तो एक ऐसी चीज़ है जो मेरे नज़दीक कतन काबिल एतराज़ नहीं है, बल्कि मैं तो इसको एक बड़ी अच्छी निगाह से देखता हूँ कि अल्लाह ताला ने अपने बंदे के लिए एक ऐसा राह दिखा दी और उनको एक उस वक़्त के मूसी मरज़ से निजात दिला दी। अल्हम्दुलिल्लाह सुम्मा अल्हम्दुलिल्लाह। मैं तो अल्लाह ताला का शुक्र अदा करता हूँ कि उसने मिर्ज़ा साहब की रहनुमाई की और एक नेक काम करके उस मूसी मरज़ से वो रिहा हुए। अल्हम्दुलिल्लाह। मेरे नज़दीक तो कुछ भी नहीं है इसमें ऐसी बात काबिल एतराज़। अब मुफ्ती साहब से अगर ये इतराज़ है तो क्या किसी पर, पानी पर, रेत पर या किसी और पर कलाम पाक पढ़ना ये जुर्म है? क्या इन्होंने कभी ये दम, दरूद, इस तरह की जो बातें होती हैं, या कलाम इलाही हो या दरूद शरीफ हो या और पढ़ना, ये बिदअत में आता है? जब काबिल इतराज़ क्या चीज़ है इसमें? ये तो एक निशान है कि अल्लाह ताला ने एक मरज़ से हज़रत मिर्ज़ा साहब को निजात दी। उसका जो ज़राए उनके पास मौजूद थे उसका इस्तेमाल किया गया, और अल्हम्दुलिल्लाह सुम्मा अल्हम्दुलिल्लाह कि अल्लाह ताला ने मौज़ाना शिफा अता की। जज़ाकल्लाह। अच्छा, गुजारा ये है कि टाइम चूँकि अभी कोई मुतय्यन नहीं हुआ, तो फिल बदी विदाउट टाइम गुफ्तगू हो रही है। तो गुजारा ये है कि आप कह रहे हैं कि ये तो एक बीमारी थी, जो बीमारी अल्लाह ने दूर कर दी, तो इसके अलावा कोई कुरान नहीं, कोई हदीस नहीं। आप लोगों के दावे तो ये हैं कि देखो जी, हम तो, हमारा जो मज़हब है वो कुरान और हदीस के ऊपर मबनी है। आपको तो यहाँ पे कोई 5-6 कुरान की आयतें, कोई 5-6 हदीसें सुनानी चाहिए थी। आपका दावा कोई छोटा नहीं है, दावा मसीह मऊद होने का दावा है। मसीह मऊद जो कि नबी आप मान रहे हैं, जितना बड़ा दावा होगा दलील भी फिर उतनी बड़ी लेके आनी है। भाई ये जो निशान था उसको मिर्जा साहब ने अपने निशानों के अंदर डाला ही नहीं है। 146 निशान इन्होंने ये बताए हैं, और ये सफ़ा नंबर 200 के ऊपर तो इन्होंने ये कहा था कि खुदा ताला के आसमानी निशान हमारी शहादत के लिए किसी कदर हैं, लेकिन अफसोस कि अगर वो सब के सब लिखे जाएं तो 1000 जुज की किताब में भी इनकी गुंजाइश नहीं हो सकती। यानी 1000 जिल्दें तैयार हो जाएंगी। मेरे मौजज़ात और मेरे निशान इतने ज़्यादा हैं, और कहते हैं कि हम महद बतौर नमूना के 140 निशान उनमें से लिखते हैं। इनमें से बाद वो पहले नबियों की पेशगोइयाँ हैं जो मेरे हक में पूरी हुई, और बाद इस उम्मत के अकाबिर की पेशगोइयाँ हैं, और बाद वो निशान खुदा ताला के हैं जो मेरे हाथ पर ज़हूर में आए। समझ आई कि नहीं? अब यहाँ पे आपने ये बताना है कि ये वाला जो मौजज़ा है मिर्ज़ा साहब का, निशान नंबर 85 जो सफ़ा नंबर 246 के ऊपर है, इसका तल्लक पहले नबियों की पेशगोइयों से है, या उम्मत के अकाबिर ने ये कहा था कि मसीह मऊद का ये निशान होगा कि उसकी मकद से 16 दिन तक खून आएगा और उसको बाद में शिफा मिल जाएगी, या ये कि ये सिर्फ मिर्जा साहब के हाथ के ऊपर ज़हूर पजीर हुआ है ये निशान। अगली बात ये है कि निशान जो लिखना चाहिए था ना इनको 146 के अंदर, जो इन्होंने लिखा ही नहीं है, वो ये था कि जो मुस्लिम शरीफ की हदीस के अंदर भी है कि जब हजरत ईसा अलैहिस्सलाम जिंदा आसमान से नजूल करेंगे तो उन्होंने 2 जर्द चादरें पहनी हुई होंगी। मिर्जा साहब से जब ये सवाल हुआ था कि अगर आप मसीह मऊद हैं तो वो जर्द चादरें कौन सी हैं, 2 जर्द चादरें, तो फरमाने लगे कि वो मेरी 2 जर्द चादरें 2 मर्ज हैं, एक जिस्म के ऊपर वाले हिस्से में कि मुझे मराकी
पागलपनी के दौरे पड़ते हैं, एक ये वाला मेरा मर्ज, और एक जिस्म के नीचे वाले हिस्से में कि मुझे दिन और रात में 100 दफा टट्टी मुतर आता है। मिर्जा साहब को इन 146 में से सबसे पहले इसको लिखना चाहिए था, ये वाला निशान जिसका जिक्र खुद हदीस के अंदर है, उसको मिर्जा साहब ने लिखा नहीं है। अभी जज्जा साहब से यही तो बात हो रही थी, वो कह रहे थे ये एक अजीम शान निशान ज़हूर पजीर हुआ, तो मैंने कहा इससे भी बड़ा एक निशान है वो खत्म हो आप गया, अपने टाइम में बात किया करें। ये देख लें, इनका हालात देख लें। ये सैनी साहब बाकी बंदों को नीचे उतार, 2 ही बंदों को बात करना, बेशक मुझे भी नीचे उतार दे। नहीं ठीक है, नहीं वो बात यह है कि अगर किसी को 2 मिनट का टाइम दिया जाए वो 2 मिनट बात करे। बेहतर यही है हुसैनी साहब, हम 2 बंदों को यहाँ पे रहने दें। कोई 2 मिनट मुफ्ती साहब आपने जो अभी इनको 2 मिनट के लिए नीचे ही उतार दें। मेहरबानी, मैं इनकी बात के अंदर तो नहीं बोला था, ताहिर साहब की बात में नहीं, उन्होंने अपना टाइम, मैं टाइम नोट कर रहा हूँ। कितनी लंबी बात टोनी साहब ने की है, कोई बंदा बीच में नहीं बोला। कोई गल नहीं है, उन्होंने कोई टाइम नहीं दिता, उन्होंने बड़ी लंबी गल की है, उन्होंने भी करनी। ठीक है, तो चुप करके सुनो, मैं भी सुन रहा जी। बेहतर सानू थल्ले ला दियो, तिन्हां दो नु गल करो। जज़ाकल्लाह। हुसैनी साहब मेहरबानी करो। हाँ जी, ए ठीक है ना, तरीका ठीक है। मैंने भी थल्ले ला। हाँ जी बिल्कुल, इंसाफ अच्छी चीज है, ठीक हो गया। अच्छा, बात दोबारा भी शुरू करनी पड़ेगी। अच्छा, ये है कि भाई मिर्जा साहब को सरे फरिश्त 146 में से, वो तो कहते हैं 20 कितनी जिल्दे जनाब, 1000 जिल्द, 1000 जुज तैयार हो जाए। हाँ जी, तो भाई उनको तो सबसे पहले ये लिखना चाहिए था कि देखो जी मेरा ये पहला निशान ये है कि मुझे दिन और रात में 100 दफा टट्टी मुतर आता है और जनाब मुझे मराकी दौरे पड़ते हैं। वो उन्होंने लिखा ही कौन है, 146 के अंदर कहीं पे भी नहीं है। और आप लोग इसको कुरान हदीस से साबित करें ना कि आने वाले मसीह की कोई ये अलामत होगी कि भाई उसको दिन और रात में 100 दफा टट्टी मुतर आएगा, उसकी मक्कत से 16 दिन तक खून आएगा, कहाँ पे है कोई बताए ना। या फिर आइंदा से आप लोग ये कुरान या हदीस के नारे लगाने छोड़ दें। ताहिर अमजद साहब ऐलान करें कि आइंदा से हमें अपना मजहब साबित करने के लिए कुरान और हदीस का कोई दलील नहीं है, फकत हमारे पास कहानियां, हमने कहानियां सुनानी है लोगों को और जबरदस्ती एक चीज मनवानी है कि मानो इस चीज को, और तुम अगर नहीं मानते तो तुम आसमान के नीचे बदतरीन मखलूक हो और तुम बंदर सुअर हो। जी मेरी बात कंप्लीट है जी। मुझे इजाजत है बात करने? जी जी बोलिए बोलिए आप। जी हुसैनी साहब आप मॉडरेट कर रहे हैं? जी जी बिस्मिल्लाह। जी जी, बात ये हुई मुफ्ती साहब और मेरे दरमियान ये बात हुई कि ये निशान नंबर 85 पर बात करेंगे, ना कि ये हुई कि वो तमाम निशानात की निशानदेही करेंगे। बात हुई निशान 85 पर। आपने पढ़कर सुनाया, मैंने उसके ऊपर अपनी राय दे दी। उसके ऊपर इनका क्या एतराज है कि क्या कोई पाक कलाम पढ़ना वो हराम है, वो काबिल एतराज है, या रेत के ऊपर कोई भी तदाबीर करनी वो काबिल एतराज है। तो वो मुफ्ती साहब इसमें मुकम्मल तौर पर नाकाम रहे कि कोई अपना एतराज़ करें कि एतराज़ है क्या। अब इनका तकाजा इस पैगाम में ये हुआ कि मैं कुरान और हदीस की रूह से इसकी वजाहत करूं, इसके दलाइल पेश करूं। तो क्या मेरा ये दावा था कि ये कुरान में ये लिखा हुआ है? क्या मैंने ये ऐसा दावा किया कि हदीस में आया है कि इस तरह होगा? मेरा तो हरगिज कोई ये दावा ही नहीं है। जब दावा नहीं है तो फिर जब पूछा जाए कि 2 जमा 2 कितने होते हैं तो जवाब होगा 4। अब इस सवाल के साथ ये तकाजा किया जाए कि इसके लिए कोई 15-16 कुरानी आयात पेश करो, 20-25 अहादीस पेश करो और पुराने सहाइफ से ये नंबर थ्योरी जो है वो पेश करके, तो फिर मैं 2 + 2 वो 4 होते हैं उसको मानूंगा। सीधी सी बात है,
आपने इतराज़ नंबर 85 की बात की, हुसैनी साहब ने पढ़कर सुना दिया। मुझे उसकी तहरीर में, उस वाक़े में मैंने अल्लाह ताला का शुक्र अदा किया कि ये बहुत अच्छा काम हो गया, मिर्ज़ा साहब को सेहतियाब हो गए, अल्हम्दुलिल्लाह सुम्मा अल्हम्दुलिल्लाह। उनको चाहे दुनियावी लिहाज से इलाज किया जाए या रूहानी लिहाज से, जो कुछ भी उनको आया, तो इसमें मैं समझने से कासर हूँ कि मोहतरम जनाब मुफ्ती साहब का एतराज़ किस पर है? रेत पर लगाने पर है, उस पर दरूद पढ़ने पर है, उस पर कोई आयात करीमा पढ़ने पर है, उसको इस्तेमाल करने पर है, या क्यों कर वो बीमार हुए उस पर है? मैं समझने से ये कासर हूँ कि इनका एतराज़ क्या है। मेरा कोई दावा नहीं, और जिस चीज़ का मुझे ये मुतालबा कर रहे हैं वो मेरा दावा ही नहीं है। या मिर्ज़ा साहब ने कहा हो कि ये कुरानी आयात की रूह से मुझ पर ये हुआ या वो हुआ, तो जो निशान नंबर 85 की बात हुई आपने पढ़कर सुना दी, मैंने उसको तस्लीम किया और इनसे बादब होके पूछा कि इनको एतराज़ किस बात पर है, तो जवाब नदारत। तो अब मेरा ख्याल ये है कि मैंने जो कहना था वो कह दिया है। अगर मुफ्ती साहब निशान नंबर 85 के बारे में कोई और गुफ्तगू करना चाहते हैं या एतराज़ात के कोई पहलू निकालना चाहते हैं तो वो पेश कर दें। मुझसे अगर हो सका तो मैं उसका जवाब दे दूंगा। मुझसे वो तकाजा किया जाए जो मैंने दावा किया है, और उसके बाद हम औलिया अल्लाह की जो है उनसे फैज़याब होना चाहेंगे। अच्छा, इसी चीज़ के ऊपर मुकालमा हो रहा था और यही मेरा मुतालबा था कि मिर्ज़ा साहब का ये जो निशान नंबर 85 है कि उनकी मकद से 16 दिन तक खून आता रहा और दर्द भी बड़ा शदीद हो रहा था उनको, तो ये कुरान या हदीस से दिखा दें। तो ताहिर अमजद साहब अल्लाह लेलान इन्होंने कह दिया है कि इसका ताल्लुक कुरान हदीस से बिल्कुल नहीं है। अल्हम्दुलिल्लाह यही चीज़ हम बता रहे थे कि जमात अहमदिया के किसी भी अकीदे का कुरान हदीस से कोई तल्लक वास्ता है ही को नहीं। ये लोग बस अपनी तरफ से ही ना इन्होंने ये हिसाब तब लगाया हुआ है। अब आप कह रहे हैं जी इतराज क्या? इतराज तो मैंने बताए हैं, आप सुन ही नहीं रहे, उन इतराजात की तरफ आप आ ही नहीं रहे। और मैं कह रहा हूं जिसका अल्लाह के नबी ने पहले बता दिया हुआ है कि ये निशान उसका होगा कि 2 जर्द चादरें पहनी हुई आएगा। तो मिर्जा साहब कहते हैं वो मेरे वो जो निशान है, 2 निशान या 1 निशान, वो मेरे 2 मर्द हैं। तो उनको मिर्जा साहब ने डाले नहीं है बीच में। हाँ जी, सबसे बड़ा निशान तो वो है जिसको खुद अल्लाह के नबी ने बताया है। तो और दूसरी बात यह है कि इसका तल्लक आप तो कह चुके हैं भाई, ना ही कुरान से तल्लक है ना ही हदीस से तल्लक है। हाँ जी, तो इसके ऊपर फिर मजीद क्या गुफ्तगू करें? हाँ जी, तो वो सारी दुनिया ने अल्हम्दुलिल्लाह सुन ली है और देख ली है। तो जाते जाते एक चीज और बता दीजिएगा, मिर्जा साहब को ना सिफर गायब करने की बड़ी आदत थी। जैसे उन्होंने 50 किताबें लिखने का वादा किया था और लोगों से कबल अज़ वक़्त पैसा भी ले लिया था, तो उन्होंने बाद में 25 साल बाद उनको याद आया कि लिखनी तो 50 थी, तो अभी 5 ही लिखी हैं मैंने। तो उन्होंने बीच में सिफर गायब कर दिया था कि 50 और 5 में सिफर के फर्क है, लिहाजा जो वादा किया था वो पूरा हो गया। तो पूछना ये था कि कहीं यहाँ पर भी तो सिफर गायब नहीं किया मिर्जा साहब ने? हो सकता है ये 160 हो तो सिफर गायब करके इन्होंने 16 लिख दिया हो। जी, मेरी बात कंप्लीट हुई। जनाब ये मुद्दा है, यहाँ आए ना मुद्दा की तरफ सुना रहे हैं वो किस्से इधर उधर के। मुझे मुफ्ती साहब मुख्तलिफ निशानात की तरफ इशारा कर रहे हैं और प्रवोक करने की कोशिश कर रहे हैं, लेकिन मैं अल्हम्दुलिल्लाह निशान नंबर 85 पर ही गुफ्तगू करके हम अब औलिया अल्लाह की तरफ आते हैं। मैंने अपने जो जवाब था, जो मेरे जहन में था, नहायत नेक नीति के साथ, साफ गोई के साथ बयान कर दिया है। बाकी अब सामीन जो हैं वो सोच लें, समझ लें कि मेरी आवाज़ उन तक पहुंची या नहीं पहुंची,
मैं इस काबिल हुआ कि अपना माफी ज़मीर बयान कर सकूं तो वो मैंने कर दिया है। तो अब अगर इजाज़त दें तो हम औलिया अल्लाह पीराने पीर अब्दुल कादिर जिलानी रहमतुल्लाह अलैह और दूसरे औलिया के बारे में फैज़याब होते हैं ताकि हम भी सलूक की मनाजिल तय कर सकें। जी सवाल करें जी। आपने कहा था कि इसके बाद मेरा एक सवाल होगा, करें सवाल। जनाब मैं आपका शुक्रिया अदा करता हूँ कि आपने एक मौका फराहम कर रहे हैं कि बजाय इसके कि हम एक दूसरे के ऊपर तंज करें और ये करें, हम उन कैफियत को समझना चाहते हैं। मेरे नज़दीक सहाबा कराम, खुलफाए राशिदीन और दूसरे बुज़ुर्ग के हैं वो औलिया अल्लाह है। और पीराने पीर अब्दुल कादिर जिलानी रहमतुल्लाह अलैह ने कसीदा गौसिया में जो फरमाया है कि तमाम औलिया की गर्दनें मेरे कदमों पर हैं, वकुल्लो वली लहुम कदम वन्नी अना कदम नबी बदरी जाली। तो इसमें क्या आप सहाबा कराम रिजवानुल्लाह अलैहिम अजमईन, खुलफाए राशिदीन, अशरा मुबशरा और दीगर जो बुजुर्गान गुजरे हैं जिन्हें मैं तो औलिया अल्लाह समझता हूँ, तो क्या वो पीराने पीर अब्दुल कादिर जिलानी को के कदमों में उन सब के सर गिरता हुआ देखते हैं? क्या इनमें उनको तौहीन का कोई पहलू नजर आता है या नहीं? जज़ाकल्लाह। जी सवाल आपने कर लिया है तो अब मैं जवाब देने लगा हूँ। जवाब ये है कि पहले तो मुझे पता नहीं है, मैंने कभी पढ़ा नहीं है ये जो आप कह रहे हैं कसीदा, बस उसके चंद अशार नज़र से गुजरे हैं एक आध दफ़ा, तो इसके बारे में मुझे इल्म नहीं है जनाब। जी मेरी बात कंप्लीट हुई। जनाब ये एक हमारे जो देखने वाले और सुनने वाले हैं जो बरेलवी मकतबा फ़िक्र से तल्लक रखते हैं और अपने नाम के साथ कादरी भी रखते हैं, मुझे कादरी सिलसिले में एक लंबा अरसा गुजारने का मौका मिला और मैंने इनको इंतहाई करीब से देखा है। अब अपने आप से जायज़ा ले लें, अपने आप से पूछ लें कि अगर कोई मुफ्ती भी हो, कादरी भी हो, बरेलवी भी हो और वो पीराने पीर अब्दुल कादिर जिलानी छोटी सरकार रहमहुल्लाह के बारे में इतना भी इल्म ना रखता हो और वो नावाकफियत का इजहार कर दे कि मैंने ये कसीदा गौसिया जो आप अमली तौर पर हर जुमे रात को पढ़ते हैं और उसके बाद जिक्र की महफिलें सजती हैं, आप उनसे इनकार कर रहे हैं। हालांकि अमर वाक़या ये है कि इस खाकसार, इस आजिज ने ये कसीदा गौसिया ना सिर्फ अकीदत के साथ याद किया बल्कि जिक्र की महफिलों में पढ़ा। और मैं दयानतदारी से कहता हूँ कि जो प्रैक्टिसिंग बरेलवी हैं और ख़ास तौर पर कादरी, वो कसीदा गौसिया से नावाकफियत का ऐलान करते हुए ऐलान शिकस्त का मुतरादिफ मैं समझता हूँ। ये एक फरार की राहें हैं। मैं आपसे जवाब नहीं हूँ, जवाब तलब नहीं करूंगा आपसे। आप अपने गिरेबान में झांक कर देख लीजिएगा और जो सुनने वाले हैं बरेलवी हजरात वो देखें कि ये पीराने पीर अब्दुल कादिर जिलानी रहमतुल्लाह अलैह के सिलसिले से ताल्लुक रखने और उनकी निस्बत का करने वाले और अहमद रजा खान साहब बरेलवी रहमतुल्लाह अलैह के मसलक पर कायम होने के बाद इनका ये दावा कि इन्होंने कसीदा गौसिया पढ़ा ही नहीं है। एक दो अशार शायद सकानिल हुब्बु कासातिल विसाली या चंद और अशार शायद इन्होंने सुन रखे हों, इसके अलावा इनको कसीदा गौसिया का पता ही नहीं है। ये एक ऐसा अलमिया है कि मुझे कुछ कहने की जरूरत नहीं है, जिसको सोचने की हिम्मत है, जिसके अंदर कोई रत्ती भर भी तकवा अल्लाह मौजूद है और जो गौस पाक पीराने पीर अब्दुल कादिर जिलानी शाइन लिल्लाह को की कदर करता हो, उस सिलसिले पर रहने का और अपने नाम के साथ कादरी भी रखता हो, मुफ्ती भी हो, आलम भी हो और वो ये कहे कि मुझे कसीदा गौसिया के बारे में इल्म ही नहीं है। आप खुद ही सोच लें, मैं कोई फतवा नहीं लगाऊंगा,
ये इतराफ शिकस्त और राह फरार नहीं है तो और क्या है? तो मोहतरम, मिर्जा साहब की इतनी कुतब याद करने से पहले कसीदा गौसिया याद कर लीजिए, सकानिल हुब्बु कासातिल वसाली से शुरू कीजिए, फिर आपको पता चलेगा कि मुरीदी ला तखफ वाशिन फाइनी अजूमुन कातिलुन इंदल किताली, कि जो हर्फ बोलते हैं, जो हकाइक का सफर करना हो तो कितना तल्ख हो जाता है। ये सिर्फ और सिर्फ फरार की राहें हैं। अगर मुफ्ती साहब वाकई सच कह रहे हैं और इन्होंने कसीदा गौसिया इनकी नजरों से नहीं गुजरा और ये महारत रखते हैं मिर्जा साहब की तालीमात पर, एतराज करते हैं उनकी तालीमात पर, तो इनको पहले कसीदा गौसिया पर और अपने इस मसलक के बारे में कुछ जान लेना चाहिए। जज़ाकुमुल्लाह ताला अहसनल जज़ा। जी, गुजारे ये है कि बड़ी लंबी चौड़ी आपने तकरीर की है। गुजारे ये है कि आप हमें दर्स दे रहे हैं कि हजूर गौस पाक रहमतुल्लाह अलैह की किताबें पढ़ लें, कसीदा पढ़ लें और तकवा और परहेजगारी इख्तियार कर लें। तो क्या मैं आपसे पूछ सकता हूँ कि आपने मिर्ज़ा साहब की कितनी किताबें पढ़ी हैं? हाँ जी, आपसे एक मासूमाना सवाल किया है मिर्ज़ा साहब के निशान नंबर 85 का, उसका जवाब आपके पास है कोई नहीं। हाँ जी, और आपने जनाब अभी देखिएगा जमात आपकी करती क्या है आपके साथ। आप कह रहे नहीं कुरान दी से इसका कोई सबूत ही को नहीं है। हाँ जी, नारे आप लोगों के ये हैं कि देखो जी हमारी हर चीज़ कुरान दी से ही साबित है, आओ जी करो कुरान से बात करो, दी से बात करो। किधर गया आपका कुरान तो हदीस? और दर्स आप हमें दे रहे हैं जी वो गौस पाक का कसीदा पहले याद करो। हाँ जी, मिर्जा साहब ने तो वादे तौर पे लिखा है कि जिस कादियानी ने मेरी 3 मरतबा किताबें नहीं पढ़ी तो उसके ईमान के अंदर ही मुझे शक है। हाँ जी, तो आपने जब मिर्जा साहब की अपनी किताबें पढ़ी को नहीं है, उठ के दर्स आप दूसरों को देने चले जी, तुम पढ़ो जी। अगली बात ये है कि गौस पाक का हमारे नज़दीक जो मकाम है वो सिर्फ एक वली अल्लाह का है, और आप लोगों के नज़दीक मिर्जा साहब का जो मकाम है वो नबीउल्लाह का है। आप नबी मानते हैं। आपके लिए मिर्जा साहब की जो किताबें हैं या उनकी तहरीरें हैं या उनके अकायद और नजरियात हैं वो फर्ज हैं आप लोगों के ऊपर। हमारे लिए एक वली अल्लाह की किताब कोई फर्ज नहीं है। हमें इसके बारे में कोई पूछ-गिछ नहीं होगी कि कब्र में जाके हमसे पूछा जाए कि तुमने गौस पाक की किताबें पढ़ी थी कि नहीं पढ़ी थी, लेकिन आप लोगों से जरूर सवाल होना है। हाँ जी, आप नबीउल्लाह मानते हैं तो कम से कम अपने गिरेबान में भी तो कोई झांके ना। आपने जनाब इतनी देर से आप गुफ्तगू कर रहे हैं, कोई एक भी जवाब नहीं दिया आपने जो सवाल आपसे किया गया, और ऊपर से मुतालबे मुझसे कर रहे हैं कि तुम जवाब दो जी। और मिर्जा साहब क्या कहते हैं? मिर्जा साहब कहते हैं मुझे किसी और के ऊपर कियास मत करो, मुझे किसी और के ऊपर कियास मत करो। हाँ जी, वो हवाला ये किताब मैं जरा खोल लूं पटारी तो हवाला भी दे दूं ताकि बात कंप्लीट हो जाए। हाँ जी, फरमाते हैं कि थे टुर गई ये फला तकी सूनी, मुझे किसी और के ऊपर कियास मत करो। हाँ जी, आप लोग पहुंचों के कियास करते हैं दूसरों के ऊपर। मिर्जा साहब की आप बात मानते नहीं है यार, कमाल हो गई है। मिर्जा साहब आपको कुछ और कहते हैं, आप कुछ और करते हैं। ये जिल्द नंबर रूहानी खज़ाइन जिल्द 16 और सफ़ा नंबर 259। हाँ जी, सॉरी 52 फरमाते हैं फला तकी सोनी भी आहदिन वला आहदन भी, पस मुझे किसी दूसरे के साथ कियास मत करो और ना किसी दूसरे को मेरे साथ। मिर्जा साहब ये म्यार बना रहे हैं कि मुझे किसी और के ऊपर कियास करो ही नहीं,
آپ لوگ کبھی وہ غوث اعظم سے مقابلہ شروع کر دیتے ہیں، کبھی امام احمد رضا خان فاضل بریلوی سے مقابلہ شروع کر دیتے ہیں، کبھی مولانا ثناء اللہ امرتسری سے مقابلہ شروع کر دیتے ہیں، کبھی اشرف علی تھانوی سے مقابلہ شروع کر دیتے ہیں۔ وہ مرزا صاحب کی بھی تو بات مانے نا، فلا تقیسونی بِأَحَدٍ، ہاں جی مجھے کسی کے ساتھ بھی قیاس مت کرو، یہ مرزا صاحب کا فرمان ہے۔ کم از کم مرزا صاحب کی بھی کتابیں پڑھ لیا کریں کوئی، یہ شعر و شاعری سے اگر آپ کو فرصت مل جائے تو۔ مرزا صاحب کو وہ نشان بتا رہے ہیں جی، نشان ہے میرا، اور آپ کے وہ ججا صاحب آئے تھے وہ تو کہہ رہے تھے یہ عظیم الشان نشان ہے۔ وہ بھائی جب عظیم الشان ہے اس کا ذکر تو کہیں ہوگا کہ نہیں ہوگا؟ کوئی قرآن میں، کوئی حدیث میں، جب ایک اتنی بڑی قیامت کی نشانی ہے حضرت عیسیٰ علیہ السلام جنہوں نے آنا ہے، تو ان کا اللہ نے کوئی بتایا ہی نہیں ہے کہ یہ اس کے نشان ہوں گے، یہ حدیثوں میں اس کا ذکر ہی نہیں ہے۔ یہ بڑی انوکھی سی بات ہے۔ اور جو اصل عیسیٰ ابن مریم جو آئیں گے انشاءاللہ عز و جل، تو ان کی تو علامتیں اللہ کے نبی نے پہلے ہی بتا دی ہوئی ہیں، مسلم شریف کی مفصل حدیث ہے، اگر آپ کہیں گے تو میں وہ حدیث پوری سنا دوں گا۔ 45 علامتیں اللہ کے نبی نے بتائی ہیں، 45 نشان ہوں گے ان کے، وہ پہلے کی ذکر ہو چکا ہے۔ ہاں جی جی طاہر صاحب جی، سننے والے سن رہے ہیں، حسینی صاحب ماڈریٹر ہیں، وہ دیکھ لیتے ہیں کہ جو ہمارے طے ہوا تھا نشان نمبر 85 پر میں گفتگو کروں گا، اور اس کے بعد اولیاء اللہ کی باتیں کریں گے، پیران پیر عبد القادر جیلانی شاہین اللہ کی بات کریں گے۔ تو کس نے تفصیل کے ساتھ اپنے ٹاپک پر رہا ہے، کس نے اپنے مضمون کے ساتھ انصاف کیا ہے، یہ سامعین پر چھوڑ دیتے ہیں۔ اور حسینی صاحب اگر کوئی رائے دینا چاہیں تو دے لیں، چونکہ مفتی صاحب نے عذرائے شفقت کافی مضامین چھیڑنے کی کوشش کی ہے، اور میرا نہ اس قسم کا کوئی وعدہ تھا کہ میں مرزا صاحب پر اٹھنے والے تمام اعتراضات کا میں ایک سیشن میں کوئی جواب دوں گا یا دینے کی خواہش رکھتا ہوں یا دینے کا ارادہ رکھتا ہوں، بلکہ میں جس چیز کو ایک بات کی تھی میں نے بھرپور طریقے سے اپنا موقف بیان کر دیا، اور یہ مفتی صاحب اس کے اوپر کوئی اعتراض نہیں کر سکے۔ بہر انہوں نے وقت لیا ہے تو میں بھی اس وقت کا کرتے ہوئے، کیونکہ انہوں نے مرزا صاحب پر اعتراض کیا ہے، میں ان کی شان میں کچھ کہنا چاہتا ہوں کہ گھپ اندھیروں میں نظر آتی نہ تھی راہ نجات، امت احمد نے دیکھی 1300 سالوں کی رات، قافلہ دین احمد کے عجب حالات تھے، قافلہ دین احمد کے عجب دن رات تھے، ہر طرف کفرست جوشاں ہم چوں افواج یزید، دین حق بھی مارو بے کس ہم چوں زین العابدین، جتنی آنکھیں تھیں ہر ایک میں روشنی کے خواب تھے، روشنی کے جتنے امکانات تھے نایاب تھے، منتظر اقوام تھیں ایک مہدی موعود کی، منتظر اقوام تھیں ایک منزل مقصود کی، یاد وہ دن جب کہ کہتے تھے یہ سب ارکان دین، مہدی موعود حق اب جلد ہوگا آشکار، دفعتاً ظاہر ہوا اسلام کا بطل جلیل، تھا وہ اپنی ذات میں اپنی صداقت کی دلیل، مجتمع ایک منتشر انبوہ کو اس نے کیا، کوچا کوچا کریا کریا اس نے دی پھر یہ صدا، صدق سے میری طرف آؤ اسی میں خیر ہے، ہیں درندے ہر طرف میں عافیت کا ہوں حصار، دین حق کے راستے سے دھند ساری چھٹ گئی، دین حق کے پاؤں کی زنجیر کوہنا کٹ گئی، زور استدلال سے طوفان کا رخ موڑا گیا، زور استدلال سے دشمن کا منہ توڑا گیا، کہ جو خدا کا ہے اسے للکارنا اچھا نہیں، ہاتھ شیروں پر نہ ڈال اے روبائے زار و نزار، وما علینا الا البلاغ وآخر دعوانا ان الحمدللہ۔ جی دو چار شعر ساڈے بھی سن لو جناب، تو ایک تے تہاڈی شعر و شاعری نہیں مکدی، کرمے خاکی ہوں میرے پیارے نا آدم زاد ہوں بشر کی جائے نفرت، ہوں بشر کی جائے نفرت اور انسانوں کی یار، کرمے خاکی ہوں میرے پیارے نہ آدم زاد ہوں، نہ آدم زاد ہوں، میں بندے دا پتر ہی نہیں جے ہے،
کرم خاکی ہوں میرے پیارے نہ آدم زاد ہوں بشر کی جائے نفرت، ہوں بشر کی جائے نفرت۔ مرزا صاحب فرماتے ہیں میں بشر کی جائے نفرت ہوں بشر کی جائے نفرت اور انسانوں کی آر، کرم خاکی ہوں میرے پیارے۔ کرم خاکی گنڈوئے نو کہندے جے۔ مرزا صاحب فرماتے ہیں کرم خاکی ہوں میرے پیارے نہ آدم زاد ہوں، میں آدم زاد ہوں ہی نہیں، میں تے بندے دا پتر ہی نہیں ہے۔ ہاں جی یہ شعر پڑھا کرے نا، پتہ نہیں کہاں سے شعر اٹھا کے لے آتے ہیں، جس کا مرزا صاحب نے لکھا ہوا ہے وہ آپ پڑھتے ہی نہیں ہیں، یا اپنی شاعری آپ کو نہ پڑھنے کی بڑی عادت ہے، یقین مانیے مرزا صاحب کی شاعری پڑھتے ہی نہیں ہیں آپ، طاہر امجد صاحب نہ ہی کبھی مرزا صاحب کی کبھی کوئی کتاب پڑھی، نہ ہی مرزا صاحب کی کوئی شاعری پڑھتے ہیں آپ، پتہ نہیں پڑھتے کیا ہیں آپ۔ میں پڑھ کے سناتا ہوں آپ کو، ہاں جی میں تیری تبلیغ کو دنیا کے کناروں تک پہنچاؤں گا۔ ہاں جی کرم خاکی ہوں میرے پیارے نہ آدم زاد ہوں بشر کی جائے نفرت اور انسانوں کی آر۔ جی حسینی صاحب میرا خیال پورا ہو گیا کام؟ جی پورا ہو گیا جی۔ ہاں جی یہ شعر 5-6 باری پڑھو۔ ہاں جی کرم خاکی ہوں میرے پیارے نہ آدم زاد ہوں، تہاڈی تے گل نہیں نہ موڑنی اسی۔ ہاں جی کیونکہ اصل چ وزن برابر ہو جائے گا نا، کیونکہ انہوں نے بھی کوئی تقریباً مختلف شعر پڑھے نے، تسی ایہو ہی شعر 5-7 باری پڑھو گے تے شعراں دے برابر۔ ہاں جی وہ نا نظم انہاں دی جڑی سی وہ ہے سن 25-26 شعر، ایہو ہی اسی بھی 25-26 والی پوری کر دینے ہیں نا۔ جی ہاں جی ہاں کرم خاکی ہوں میرے پیارے، سارے کہو سبحان اللہ۔ کرم خاکی ہوں میرے پیارے نہ آدم زاد ہوں بشر کی جائے نفرت اور انسانوں کی یار، کرم خاکی ہوں میرے پیارے۔ اے تھلے بھی یار سبحان اللہ کیا جے بھائی، کرم خاکی ہوں میرے پیارے نہ آدم زاد ہوں بشر کی جائے نفرت اور انسانوں کی یار۔ یہ مرزا صاحب نے کہا ہے، فرمایا ہوا ہے، یہ آپ لازمی پڑھا کریں، یہ بڑا ثواب کا کام ہے جناب۔ ہاں جی کرم خاکی ہوں میرے پیارے نہ آدم زاد ہوں، مرزا صاحب خود فرماتے ہیں میں آدم زاد نہیں ہوں، میں آدم زاد نہیں ہوں، میں بندے دا پتر ہی نہیں ہے، میں انسان کا بچہ نہیں ہوں۔ کرم خاکی ہوں میرے پیارے نہ آدم زاد ہوں بشر کی جائے نفرت، میں انسان کی جائے نفرت ہوں، میں انسان کی جائے نفرت ہوں، یہ مرزا صاحب فرماتے ہیں۔ ہاں جی لازمی پڑھا کریں، بڑا ثواب کا کام ہے یہ۔ کرم خاکی ہوں میرے پیارے نہ آدم زاد ہوں بشر کی جائے نفرت اور انسانوں کی یار، کرم خاکی ہوں میرے پیارے نہ آدم زاد ہوں بشر کی جائے نفرت اور انسانوں کی یار، کرم خاکی ہوں میرے پیارے نہ آدم زاد ہوں بشر کی جائے نفرت اور انسانوں کی یار۔ جی حسینی صاحب آپ کا مطالبہ بھی میں نے پورا کر دی ہے۔ جی حسینی صاحب میں کہنا چاہوں کرم خاکی ہوں میرے پیارے نہ آدم زاد ہوں بشر کی جائے نفرت اور انسانوں کی یار۔ سبحان اللہ۔ لوگ کہتے ہیں، لوگ کیا بیچ میں نہیں بولنا، بالکل نہیں بولنا، بالکل نہیں بولنا، خبردار۔ اور پھر فرماتے ہیں حضرت اکرم مسیح موعود علیہ الصلوۃ والسلام کہ لوگ کہتے ہیں کہ نالائق نہیں ہوتے قبول، میں تو نالائق بھی ہو کر پا گیا درگاہ میں بار۔ اسمعوا صوت السما جا المسیح جا المسیح نیز وشنو از زمیں آمد امام کارگار۔ ہم دعائیں کرتے ہیں ربنا ظلمنا انفسنا وان لم تغفر لنا وترحمنا۔ اب یہ اعترافی بیان اگر اسے کہا جائے کہ انبیاء علیہ السلام اور ہمیں ہدایت کی گئی ہے، اور اس کو اس طرح لیا جائے کہ ان کا اعترافی بیان قرآن میں موجود ہے معاذ اللہ کہ وہ ظالم تھے، تو یہ کتنی بدقسمتی ہوگی، عقل کا فقدان ہوگا۔ میں مولا علی علیہ السلام کا چاہنے والا ہوں، انہیں ابو تراب کہا گیا ہے، مٹی کا باپ، جو خاک میں ملے اسے ملتا ہے آشنا، اے آزمانے والے یہ نسخہ بھی آزما۔ حضرت مرزا صاحب فرماتے ہیں کہ تیری آجزانہ راہیں، ان کو الہام ہوا کہ آجزانہ راہیں پسند۔ حسینی صاحب انج تے گل بڑی دور ٹر جانی ہے، اے بولن گے پھر میں بولاں گا، گل موضوع تو تے بہت دور ہٹ چکی ہے۔ میرا خیال موضوع تو اگے بھی کافی دور جا چکے ہو، تے بس چھڑ دیو، ہو گئی گل پوری ہو گئی۔ السلام علیکم۔ ہاں جی جزاک اللہ، جزاک گل ہو گئی ہے، گفتگو مکمل ہو گئی ہے، تے وقت بھی تھوڑا ہے، تے بس ٹھیک ہو گیا کم۔ جزاک اللہ۔